ਭਾਰਤੀ ਫੌਜ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹ ਸਭ ਤੋਂ ਜਾਣੂ ਸੀ ਕਿ ਇਹ ਕੁਝ ਹੋਣ ਵਾਲਾ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਲਗਭਗ ਉਹਨਾਂ ਨੂੰ ਬਹੁਤ ਗਿਆਨ ਸੀ। ਉਹਨਾਂ ਨੇ ਦੱਸ ਦਿੱਤਾ ਸੀ ਵੀ ਬਹੁਤ ਕੁਝ ਕਰ ਸਕਦੀ ਹੈ ਜਿਹੜੀ ਸਰਕਾਰ ਹੈ। ਵੱਡੇ ਵੱਡੇ ਟੈਂਕ ਅੰਦਰੋਂ ਸ਼ੁਰੂ ਹੋ ਜਾਂਦੇ, ਤੁਸੀਂ ਸਭ ਤੋਂ ਪਹਿਲਾਂ ਉੱਥੇ ਹੁੰਦੇ ਹੋ। ਸਭ ਤੋਂ ਪਹਿਲੇ ਜਦੋਂ ਗੋਲੀ ਚੱਲਦੀ ਹੈ ਕਿਸ ਦਿਨ ਗੋਲੀਬਾਰੀ ਸ਼ੁਰੂ ਹੋ ਜਾਂਦੀ ਹੈ? ਇਹਨਾਂ ਨੇ 1 ਜੂਨ ਨੂੰ ਜਿਹੜਾ ਨਾ ਉਹ CRB ਨੇ ਹੱਲਾ ਬੋਲਿਆ ਪਹਿਲਾਂ, ਫਿਰ 2 ਤੇ 3 ਤਰੀਕ ਨੂੰ ਕੁਝ ਨਹੀਂ ਕੀਤਾ ਇਹਨਾਂ ਨੇ, ਜਾਣੀ ਮਾੜਾ ਮੋਟਾ ਕਿਤੇ ਹੋਏਗਾ ਪਰ ਉਹਨਾਂ ਨੇ ਜਾਣੀ। ਫਿਰ 4 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ 4:45 ਵਜੇ ਉਸ ਸਮੇਂ ਅਕਾਲ ਤਖਤ ਸਾਹਿਬ ਤੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਹੀ ਸੀ ਹਲੇ, ਤੇ ਨਾਲ ਦੀ ਨਾਲ ਹੀ ਉੱਥੇ ਇਹਨਾਂ ਨੇ ਬੰਬ ਮਾਰ ਦਿੱਤੇ। ਉਦੋਂ ਬੰਬਾਰੀ ਸ਼ੁਰੂ ਹੋ ਗਈ, ਗੋਲੀਬਾਰੀ ਹੁੰਦੀ ਹੈ। ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੰਬ ਵੱਜਦਾ ਆ ਕੇ ਤੋਪ ਦਾ ਗੋਲਾ ਵੱਜਦਾ। ਫਿਰ ਉਸ ਤੋਂ ਬਾਅਦ ਥੱਲੇ ਬਹੁਤ ਸਾਰੇ ਸ਼ਰਧਾਲੂ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਹੁੰਦਾ ਹੈ, ਸੰਗਤਾਂ ਆਉਂਦੀਆਂ ਨੇ ਉਸੇ ਕਰਕੇ। ਤਾਂ ਫਿਰ ਉਹ ਸੰਗਤ ਦਾ ਕੀ ਕਸੂਰ ਸੀ ਕਿ ਤਾਬੜਤੋੜ ਗੋਲੀਆਂ ਉਹਨਾਂ ਤੇ ਵੀ ਚਲਾਈਆਂ ਗਈਆਂ? ਇਹਨਾਂ ਦਾ ਪਹਿਲਾਂ ਹੀ ਇਰਾਦਾ ਸੀ ਵੀ ਅਸੀਂ ਇਹਨਾਂ ਨੂੰ ਮਾਰਨਾ, ਵੱਧ ਤੋਂ ਵੱਧ ਦਹਿਸ਼ਤ ਪਾਉਣੀ ਹੈ, ਵੱਧ ਤੋਂ ਵੱਧ ਇਹਨਾਂ ਨੂੰ ਆਪਾਂ ਜਿਹੜਾ ਕਰਨਾ ਖਤਮ ਕਰਨਾ। ਫਿਰ ਤੁਸੀਂ ਉੱਥੇ ਜਵਾਬੀ ਫਾਇਰਿੰਗ ਕਰਦੇ ਹੋ, ਬਹੁਤ ਸਾਰੇ ਫੌਜੀ ਵੀ ਢਹਿ ਹੁੰਦੇ ਉਹਨਾਂ ਦੇ। ਪਰ ਉਸ ਤੋਂ ਬਾਅਦ ਤੁਸੀਂ ਨਿਕਲਦੇ ਕਿੱਥੋਂ ਹੁੰਦਾ? ਸਭ ਕੁਝ ਦੇਖਦੇ ਹੋ ਔਰ ਸੰਤ ਜੀ ਵੀ ਅੰਦਰ ਹੁੰਦੇ ਕਿ ਉਹਨਾਂ ਦੇ ਵੱਲੋਂ ਵੀ ਗੋਲੀਬਾਰੀ ਜਵਾਬੀ ਫਾਇਰ ਹਮਲਾ ਕੀਤਾ ਜਾਂਦਾ ਉਹਨਾਂ ਦੇ ਵੱਲੋਂ ਵੀ? ਅਸੀਂ ਵੇਖਦੇ ਸਾਂ ਰਾਤ ਨੂੰ ਜਦੋਂ, ਤੇ ਬਹੁਤ ਚੀਜ਼ ਚਿਹਾੜਾ ਥੱਲੇ ਵਾਲੀ ਬਿਲਡਿੰਗ ਤੇ ਹੋ ਰਿਹਾ ਸੀ, ਤੇ ਉਧਰੋਂ ਸਾਡੇ ਸਾਹਮਣੇ ਕਮਰੇ ਸੀ, ਉਹਨਾਂ ਕਮਰਿਆਂ ਦੇ ਵਿੱਚ ਜਿਉਂਦਿਆਂ ਨੂੰ ਅੱਗ ਲਾਈ। ਲੋਕ ਬਹੁਤ ਤੜਫਦੇ, ਬਹੁਤ ਦੇਖੇ ਤੜਫਦੇ, ਕਮਰਾ ਭਰਿਆ ਸੀ, ਨਿਕਲ ਸਕਦੇ ਨਹੀਂ ਸੀ ਅੰਦਰ। ਕਿਸੇ ਢੰਗ ਨਾਲ ਇਹਨਾਂ ਨੇ ਅੱਗ ਸੁੱਟ ਦਿੱਤੀ, ਅੱਗ ਲਾਈ ਉੱਥੇ। ਲਾਈਨਾਂ ਲੱਗੀਆਂ ਨੇ, ਸਾਰੇ ਜਦੋਂ ਆ ਗਏ ਨਾ, ਇੱਕ ਬਿਸਲ ਵੱਜੀ ਆ, ਉਸ ਬਿਸਲ ਦੇ ਨਾਲ ਬੇਟਾ ਗਰਨੇਡ ਤੇ ਗੋਲੀਆਂ ਇੰਨੀਆਂ ਚੱਲੀਆਂ, ਨਾਲ ਦੀ ਨਾਲ ਹੀ ਜਿਹੜੇ ਖੜੇ ਹੀ ਢੇਰ ਹੋ ਗਏ ਬੰਦੇ, ਖੜੇ ਹੀ ਢੇਰ ਹੋ ਗਏ। ਤੇ ਇੱਥੋਂ ਤੱਕ ਦੇਖਿਆ ਇੱਕ ਬੀਬੀ ਦੇ ਪੇਟ ਵਿੱਚੋਂ ਬੱਚਾ ਡਿੱਗਦਾ ਵੇਖਿਆ। ਉਹ ਫੌਜੀ ਸੀ, ਉਹ ਐਡੇ ਬੇਦਰਦ ਵੀ ਹੋ ਸਕਦੇ ਨੇ। ਚਲੋ ਮੈਂ ਮੰਨਿਆ ਕਿ ਸਰਕਾਰ ਦਾ ਹੁਕਮ ਸੀ ਉਹਨਾਂ ਨੂੰ ਕਿ ਤੁਸੀਂ ਅੰਦਰੋਂ ਸੰਤ ਜੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਉਣਾ, ਪਰ ਉਹਨਾਂ ਨੂੰ ਇਹ ਕਿ ਬੱਚਾ ਕੀ ਅੱਤਵਾਦੀ ਕੀ ਦਿਖਿਆ ਉਹਨਾਂ ਨੂੰ ਉੱਥੇ? ਜਦੋਂ ਬੰਦੇ ਦੇ ਦਿਮਾਗ ਉੱਤੇ ਦੈਂਤ ਬਿਰਤੀ ਹਾਵੀ ਹੋ ਜਾਂਦੀ ਹੈ ਨਾ, ਫਿਰ ਉਹਨੂੰ ਕੁਝ ਨਹੀਂ ਪਤਾ ਲੱਗਦਾ। ਇਹ ਫਿਰ ਉਸ ਸਮੇਂ ਇਹ ਜਿਹੜੇ ਜ਼ੁਲਮ ਕਰਨ ਲੱਗੇ ਫਿਰ ਕੁਝ ਨਹੀਂ ਸੋਚਦੇ। 5 ਸਾਲ ਬਾਅਦ ਘਰ 'ਚ ਵਾਪਸੀ ਹੁੰਦੀ ਹੈ, ਤੁਹਾਡੇ ਘਰਦਿਆਂ ਨੂੰ ਪਤਾ ਚੱਲ ਗਿਆ ਸੀ ਕਿ ਤੁਸੀਂ ਉੱਥੇ ਜੇਲ੍ਹਾਂ 'ਚ ਬੰਦ ਤੋਂ ਤੁਹਾਡੇ ਉੱਤੇ ਗ੍ਰਿਫਤਾਰੀ ਹੋ ਗਈ ਹੈ, ਜਾਂ ਘਰਦਿਆਂ ਨੂੰ ਨਹੀਂ ਪਤਾ ਸੀਗਾ? ਨਹੀਂ, ਪਹਿਲੇ ਲਗਭਗ ਜਦੋਂ ਜਿੰਨਾ ਚਿਰ ਮਿਲਟਰੀ ਕੈਂਪਾਂ 'ਚ ਰਹੇ ਉਹਨਾਂ ਚਿਰ ਤਾਂ ਲਗਭਗ ਘਰਦਿਆਂ ਨੇ ਭੋਗ ਪਾਤੇ ਸੀ ਵੀ ਹੈ ਨਹੀਂ ਗੇ, ਕਈਆਂ ਦੇ ਪੈ ਗਏ ਸੀ ਵੀ ਉੱਥੇ ਤਾਂ ਹੈ ਹੀ ਨਹੀਂ ਕੁਛ, ਵੀ ਬਚਿਆ ਹੀ ਕੁਛ ਨਹੀਂ ਉੱਥੇ ਤਾਂ, ਤੇ ਉਹ ਘਰਾਂ 'ਚ ਭੋਗ ਪੈ ਗਏ ਸੀ ਵੀ ਉੱਥੇ ਹੁਣ ਚੜ੍ਹਾਈ ਕਰ ਗਏ ਆ। ਫਿਰ ਜਦੋਂ ਨਾਭੇ ਜੇਲ੍ਹ ਆਏ ਆ ਨਾ, ਉੱਥੋਂ ਫਿਰ ਚਿੱਠੀਆਂ ਚੁੱਠੀਆਂ ਪਾਈਆਂ, ਫਿਰ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ, ਫਿਰ ਆਉਣੇ ਸ਼ੁਰੂ ਹੋਏ। ਨਹੀਂ ਤਾਂ ਪਹਿਲਾਂ ਤਾਂ ਅਸੀਂ ਵੀ ਭੋਗ ਪੈ ਗਿਆ ਵੀ ਮਾਰੇ ਗਏ। ਇੱਕ ਵਾਰ ਮੈਨੂੰ ਜਦੋਂ ਮਾਤਾ ਸਾਡੀ ਡੈਥ ਹੋਈ ਆ, ਮੈਨੂੰ ਟੰਗ ਕੇ ਪੁੱਠਾ ਕੁੱਟ ਰਹੇ ਸਨ ਬਹੁਤ ਜ਼ਿਆਦਾ, ਤੇ ਮਾਤਾ ਸਾਡੀ ਕਹਿੰਦੀ ਬੇਟਾ ਨਾ, ਉਹ ਪਰਿਵਾਰ ਜੀਆਂ ਨੂੰ ਕਹਿੰਦੀ ਵੀ ਮੈਨੂੰ, ਮੇਰੇ ਦਿਲ ਨੂੰ ਕੁਝ ਹੋ ਰਿਹਾ, ਖਿੱਚ ਜੀ ਪੈਂਦੀ ਮੇਰੇ ਅੰਦਰ, ਤੇ ਘਬਰਾਉਂਦਾ ਦਿਲ ਮੇਰਾ। ਉਹ ਜਾ ਕੇ ਨਲਕੇ ਤੇ ਪਾਣੀ ਪੀਤਾ, ਪਾਣੀ ਪੀ ਕੇ ਥੋੜ੍ਹਾ ਜਿਹਾ ਅੱਗੇ ਤੁਰ ਕੇ ਗਈ ਆ, ਚੱਕਰ ਜਾ ਕੇ ਬਹਿ ਗਈ, ਉੱਥੇ ਪੂਰੀ ਹੋ ਗਈ। ਉਹਦੇ ਨਾਲ ਮੈਨੂੰ ਪੁੱਠਾ ਟੰਗ ਕੇ ਸੇਮ ਟਾਈਮ ਬਾਅਦ 'ਚ ਮੈਂ ਵੇਖਿਆ। ਸਿਮਰਨ ਅਕਸ ਹੁਣੀ ਲਿਖਦੇ ਨੇ, ਉਹ ਹੰਝੂ ਨਹੀਂ ਉਹ ਲਾਵੇ ਨੇ ਜੋ ਮਗਦੇ ਨੇ ਪਰ ਡੁੱਲਦੇ ਨਹੀਂ, ਉਹ ਕਹਿਰ ਸਿਆਸੀ ਸਮਿਆਂ ਦੇ ਅਸੀਂ ਤੱਕੇ ਨਹੀਂ ਪਰ ਭੁੱਲਦੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਗੱਲ ਹੋ ਰਹੀ ਹੈ ਜੂਨ 1984 ਦੀ, ਉਹ ਵੇਲਾ ਜੋ ਸਿੱਖ ਕੌਮ ਤੇ ਗੁਜ਼ਰਿਆ, ਜਿਸ ਨੂੰ ਅਸੀਂ ਨਾ ਤਾਂ ਕਦੀ ਮਾਫ ਕਰ ਸਕਦੇ ਹਾਂ, ਜਿਸ ਨੂੰ ਨਾ ਤਾਂ ਅਸੀਂ ਕਦੀ ਭੁਲਾ ਸਕਦੇ ਹਾਂ। ਉਹ ਵੇਲਾ ਕਿਸ ਕਿਸ ਤੇ ਗੁਜ਼ਰਿਆ, ਅਸੀਂ ਡੇਲੀ ਪੋਸਟ ਪੰਜਾਬੀ ਤੇ ਲਗਾਤਾਰ 1 ਜੂਨ ਤੋਂ ਸ਼ੁਰੂ ਹੋਏ ਹਾਂ, ਔਰ ਕਿਸ ਤਰ੍ਹਾਂ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਜੀ ਖੋਏ ਨੇ, ਕਿਸ ਤਰ੍ਹਾਂ ਉੱਥੇ ਬਹੁਤ ਸਾਰੇ ਹੋਰ ਸ਼ਰਧਾਲੂ ਸੀ ਜਿਨ੍ਹਾਂ ਨੇ ਮੋਰਚੇ ਸਾਂਭੇ ਹੋਏ ਸੀ, ਬਹੁਤ ਸਾਰੇ ਸਿੰਘ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਆਪਣੀ ਅੱਖੀਂ ਉਹ ਸਭ ਕੁਝ ਡਿੱਠਿਆ ਏ। ਸੋ ਅਸੀਂ ਅੱਜ
ਭਾਈ ਮਨਮੋਹਨ ਸਿੰਘ ਹੋਣਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਟਿਆਲਾ ਵਿਖੇ ਪਹੁੰਚੇ ਹੋਏ ਹਾਂ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇਹ ਉਹ ਸਿੰਘ ਨੇ, ਚੜ੍ਹਦੀ ਕਲਾ ਵਾਲੇ ਸਿੰਘ ਨੇ, ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਣਾ ਦੇ ਨਾਲ ਹੋਇਆ ਕਰਦੇ ਸੀ ਔਰ ਉੱਥੇ ਸਭ ਕੁਝ ਦੇਖਿਆ ਇਹਨਾਂ ਨੇ। ਚਸ਼ਮਦੀਦ ਨੇ 1984 ਦੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ। ਸਭ ਤੋਂ ਪਹਿਲਾਂ ਡੇਲੀ ਪੋਸਟ ਪੰਜਾਬੀ ਤੇ ਸਵਾਗਤ ਕਰਾਂਗੇ, ਫਤਿਹ ਦੀ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਪਹਿਲਾ ਸਵਾਲ ਇਹ ਹੋਏਗਾ ਕਿ ਸਭ ਤੋਂ ਪਹਿਲਾਂ ਤੁਸੀਂ ਸੰਤ ਭਿੰਡਰਾਂਵਾਲੇ ਹੋਣਾ ਦੇ ਨਾਲ ਉੱਥੇ ਹੁੰਦੇ ਹੋ, ਸੋ ਉਥੋਂ ਦੇ ਸਾਰੇ ਪਹਿਲਾਂ ਹਾਲਾਤਾਂ ਬਾਰੇ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਹਲੇ ਕੁਝ ਨਹੀਂ ਹੁੰਦਾ, ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੁੰਦੀ ਹੈ, ਉਹ ਸਮਾਂ ਕਿਸ ਤਰ੍ਹਾਂ ਗੁਜ਼ਰ ਰਿਹਾ ਹੁੰਦਾ ਹੈ? ਸਭ ਤੋਂ ਪਹਿਲਾਂ ਡੇਲੀ ਪੋਸਟ ਪੰਜਾਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਇੰਨਾ ਸਮਾਂ ਇੰਨਾ ਸਫ਼ਰ ਤੈਅ ਕਰਕੇ ਸਾਡੇ ਕੋਲ ਪਹੁੰਚੇ ਆ। ਅਤੇ ਇਹਦੇ ਨਾਲ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਦੇ ਨਾਲ ਸਾਡਾ ਜਿਹੜਾ ਮਿਲਾਪ ਹੈ ਨਾ, 1978 ਦੇ ਜਿਹੜੇ 13 ਸਿੰਘ ਸ਼ਹੀਦ ਹੋਏ ਨੇ ਨਾ, ਉਸ ਚੀਜ਼ ਨੂੰ ਲੈ ਕੇ ਇਹਨਾਂ ਦੇ ਕੋਲ ਗਏ ਸੀ। ਪਹਿਲਾਂ ਅਸੀਂ ਨਿਰਮਲੇ ਸੰਤਾਂ ਕੋਲ ਪੜ੍ਹਦੇ ਸਾਂ। ਦੁਆਬੇ 'ਚ ਸੰਤ ਬਾਬਾ ਓਂਕਾਰ ਸਿੰਘ ਜੀ ਹੋਏ ਨੇ, ਮਹਿਤਪੁਰ ਲੱਦਣੀ ਪਠਲਾਵਾ ਪਿੰਡ ਹੈ, ਅਤੇ ਉਹਨਾਂ ਕੋਲ ਪੜ੍ਹਦੇ ਸੀ। ਜਦੋਂ 1978 ਦਾ ਸਾਕਾ ਵਾਪਰਿਆ ਨਾ, ਫਿਰ ਉਦੋਂ ਅਸੀਂ ਸੰਤ ਬਾਬਾ ਜਰਨੈਲ ਸਿੰਘ ਦੇ ਸੰਪਰਕ ਵਿੱਚ ਆਏ। ਫਿਰ ਉਸ ਤੋਂ ਬਾਅਦ ਤੁਹਾਡਾ ਸਬੱਬ ਬਣਨ ਦਾ ਲਗਾਤਾਰ ਉਹਨਾਂ ਦੇ ਨਾਲ ਲਗਾਤਾਰ ਸੰਤਾਂ ਵੱਲੋਂ ਸਿੱਖੀ ਦਾ ਪ੍ਰਚਾਰ ਦਿਨ ਰਾਤ ਲਗਾਤਾਰ ਚੱਲਦਾ ਰਿਹਾ। ਇੰਨੀ ਵੱਡੀ ਪੱਧਰ 'ਤੇ ਸਿੱਖੀ ਦਾ ਪ੍ਰਚਾਰ ਸੰਤਾਂ ਵੱਲੋਂ ਸ਼ੁਰੂ ਹੋ ਗਿਆ ਕਿ ਇੱਕ ਮਹੀਨੇ 'ਚ 45 ਹਜ਼ਾਰ ਨੂੰ ਅੰਮ੍ਰਿਤ ਛਕਾਉਣਾ। ਅਤੇ ਜਿਹੜਾ ਦਿੱਲੀ ਨੂੰ ਇਹ ਚੰਗਾ ਨਹੀਂ ਸੀ ਲੱਗਦਾ, ਦਿੱਲੀ ਨਹੀਂ ਸੀ ਚਾਹੁੰਦੀ ਕਿ ਖਾਲਸੇ ਦੇ ਬੋਲਬਾਲੇ ਹੋਣ, ਦਿੱਲੀ ਨਹੀਂ ਸੀ ਚਾਹੁੰਦੀ ਕਿ ਖਾਲਸੇ ਦੀ ਚੜ੍ਹਦੀ ਕਲਾ ਹੋਵੇ, ਦਿੱਲੀ ਨਹੀਂ ਸੀ ਚਾਹੁੰਦੀ ਕਿ ਇੰਜ ਜਿਹੜਾ ਖਾਲਸਾ ਅੱਗੇ ਵਧੇ ਫੁੱਲੇ। ਅਤੇ ਇਹਨਾਂ ਵੱਲੋਂ ਸਮੇਂ 'ਤੇ ਬੜੀਆਂ ਗਲਤ ਹਰਕਤਾਂ, ਕਦੇ ਕਿਸੇ ਢੰਗ ਨਾਲ ਕਦੇ ਕਿਸੇ ਢੰਗ ਨਾਲ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਇਸ ਪ੍ਰਚਾਰ ਨੂੰ ਰੋਕਣ ਵਾਸਤੇ, ਜਿਵੇਂ ਚੰਦੋ ਕਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਉੱਥੇ ਸਰੂਪਾਂ ਨੂੰ, ਪੋਥੀਆਂ ਨੂੰ, ਬੱਸਾਂ ਨੂੰ ਅਗਨ ਭੇਟ ਕੀਤਾ ਗਿਆ। ਹੋਰ ਵੀ ਬਹੁਤ ਵਾਰ ਇਹਨਾਂ ਨੇ ਇਹ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਉਸ ਤੋਂ ਬਾਅਦ ਜਿਉਂ-ਜਿਉਂ ਰੋਕਦੇ ਰਹੇ ਨੇ ਅਤੇ ਖਾਲਸੇ ਦਾ ਤਾਂ ਬੋਲਬਾਲਾ ਵੱਧਦਾ ਹੀ ਗਿਆ, ਵੀ ਘਟਿਆ ਨਹੀਂ ਹੈ। ਸੰਤ ਜੀ ਉਹਨਾਂ ਦੇ ਨਾਲ ਤੁਸੀਂ ਸਮਾਂ ਕਾਫੀ ਗੁਜ਼ਾਰਿਆ ਹੈ, ਫਿਰ ਉਸ ਤੋਂ ਬਾਅਦ ਤੁਹਾਡਾ ਵਿਆਹ ਵੀ ਉਹਨਾਂ ਦੇ ਹੱਥੀਂ ਹੁੰਦਾ ਹੈ। ਸੋ ਪਹਿਲਾਂ ਤਾਂ ਸ਼ਖਸੀਅਤ ਬਾਰੇ ਗੱਲ ਕਰ ਲਾਂਗੇ, ਤੁਸੀਂ ਥੋੜ੍ਹੀ ਜਿਹੀ ਸ਼ਖਸੀਅਤ 'ਤੇ ਚਾਨਣਾ ਪਾਓ। ਸੰਤ ਬਾਬਾ ਜਰਨੈਲ ਸਿੰਘ ਦੇ ਸੰਤ ਬਾਬਾ ਜਰਨੈਲ ਸਿੰਘ ਜੀ, ਜੇ ਆਪਾਂ ਦੂਜਾ ਰੱਬ ਕਹਿ ਦਈਏ ਤਾਂ ਕੋਈ ਅਤ ਕਥਨੀ ਨਹੀਂ ਹੈ। ਜਿੰਨੇ ਉਹਨਾਂ ਦਾ ਬਾਣੀ ਪੜ੍ਹਨਾ, ਸਿਮਰਨ ਕਰਨਾ, ਸੇਵਾ ਕਰਨੀ ਅਤੇ ਲੋਕਾਈ ਨੂੰ ਸਮਰਪਿਤ ਸਿੱਖਾਂ ਦੇ ਵਾਸਤੇ ਤਾਂ ਹੈ ਹੀ ਸਨ। ਇਹਦੇ ਨਾਲ ਨਾਲ ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ, ਈਸਾਈ, ਜੈਨੀ, ਬੋਧੀ, ਪਾਰਸੀ, ਕੋਈ ਵੀ ਹੈ, ਸੰਤ ਉਹਨਾਂ ਦੀ ਪੂਰੀ ਤਰ੍ਹਾਂ ਹੈਲਪ ਕਰਦੇ ਸਨ। ਕਦੇ ਕਿਸੇ ਨੂੰ ਮਾੜਾ ਨਹੀਂ, ਹਰ ਇੱਕ ਨੂੰ ਇਹ ਹੁੰਦਾ ਸੀ, ਭਾਈ ਤੁਸੀਂ ਆਪਣੇ ਧਰਮ 'ਚ ਪਰਪੱਕ ਹੋ, ਜੇ ਨਹੀਂ ਤਾਂ ਆਪਣੇ ਧਰਮ ਵਿੱਚ ਪਰਪੱਕ ਹੋਵੋ। ਸੰਤ ਬਾਬਾ ਜਰਨੈਲ ਸਿੰਘ ਵੱਲੋਂ ਇਹ ਕਿਹਾ ਜਾਂਦਾ ਸੀ ਜੀ। ਭਾਰਤੀ ਫੌਜ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ, ਇਹ ਸਭ ਤੋਂ ਜਾਣੂ ਸੀ ਕਿ ਇਹ ਕੁਝ ਹੋਣ ਵਾਲਾ ਹੈ? ਇਹਦਾ ਵੇਖੋ, ਜਾਣੂ ਤਾਂ ਜਿਵੇਂ ਜ਼ਿਮੀਂਦਾਰ ਨੂੰ ਪਤਾ ਲੱਗ ਜਾਂਦਾ ਵੀ ਜਦੋਂ ਮੀਂਹ ਪੈਣ ਵਾਲਾ ਆ, ਹਵਾ ਤੋਂ ਪਛਾਣ ਹੋ ਜਾਂਦੀ ਹੈ। ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਲਗਭਗ ਉਹਨਾਂ ਨੂੰ ਬਹੁਤ ਗਿਆਨ ਸੀ। ਉਹਨਾਂ ਨੇ ਦੱਸ ਦਿੱਤਾ ਸੀ ਵੀ ਬਹੁਤ ਕੁਝ ਕਰ ਸਕਦੀ ਹੈ ਜਿਹੜੀ ਸਰਕਾਰ ਹੈ, ਦਿੱਲੀ ਦੀ ਸਰਕਾਰ, ਕਾਂਗਰਸ ਦੀ ਸਰਕਾਰ। ਉਹਨਾਂ ਨੂੰ ਲਗਭਗ ਅਨੁਭਵ ਹੋ ਗਿਆ ਸੀ। ਫਿਰ ਉਸ ਤੋਂ ਬਾਅਦ ਜਦੋਂ ਇਹ ਸ਼ੁਰੂ ਹੁੰਦੀ ਹੈ 1 ਜੂਨ ਨੂੰ, ਫੌਜੀ ਸਾਰੇ ਆ ਜਾਂਦੇ ਨੇ ਬਾਹਰ ਦਰਬਾਰ ਸਾਹਿਬ ਦੇ, ਵੱਡੀ ਫੌਜ ਤਾਇਨਾਤ ਹੁੰਦੀ ਹੈ, CRF ਦੀਆਂ ਟੀਮਾਂ ਲੱਗ ਜਾਂਦੀਆਂ ਨੇ। ਉਸ ਤੋਂ ਬਾਅਦ ਵੱਡੇ ਵੱਡੇ ਟੈਂਕ ਅੰਦਰ ਆਉਣੇ ਸ਼ੁਰੂ ਹੋ ਜਾਂਦੇ। ਤੁਸੀਂ ਸਭ ਤੋਂ ਪਹਿਲਾਂ ਉੱਥੇ ਹੁੰਦੇ ਹੋ। ਸਭ ਤੋਂ ਪਹਿਲੇ ਜਦੋਂ ਗੋਲੀ ਚੱਲਦੀ ਹੈ, ਕਿਸ ਦਿਨ ਗੋਲੀਬਾਰੀ ਸ਼ੁਰੂ ਹੋ ਜਾਂਦੀ ਹੈ? ਆਪਾਂ ਗੋਲੀਬਾਰੀ ਤੋਂ ਥੋੜ੍ਹੇ ਪਿੱਛੇ ਚੱਲੀਏ ਵੀ ਇੱਥੇ ਦਰਬਾਰ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਜੀ ਆਏ ਨੇ, ਕਦੋਂ ਆਏ ਨੇ, ਕਿਉਂ ਆਏ ਨੇ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਇੱਕ ਜੀਪ ਗਈ ਹੈ ਬਿਆਸ, ਉੱਥੋਂ ਉਹਨਾਂ ਨੇ ਫੜ ਲਈ, 2 ਸਿੰਘ ਫੜ ਲਏ। ਉਹਨਾਂ ਨੂੰ ਛਡਾਉਣ ਵਾਸਤੇ ਸ਼ਹੀਦ ਭਾਈ ਅਮਰੀਕ ਸਿੰਘ ਅਤੇ ਸ਼ਹੀਦ ਬਾਬਾ ਥਾਰਾ ਸਿੰਘ ਜੀ, ਜਿਹੜੇ ਸਾਡੇ ਰਿਸ਼ਤੇਦਾਰ ਸੀ, ਉਹ ਛਡਾਉਣ ਵਾਸਤੇ ਗਏ ਨੇ। ਉਹਨਾਂ ਨੂੰ ਵੀ ਫੜ ਲਿਆ ਉੱਥੇ। ਫਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ 19 ਜੁਲਾਈ 1983 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਨੇ।
ਇੱਥੋਂ ਫਿਰ 51 ਸਿੰਘਾਂ ਦੇ ਨਾ ਜਥੇ ਗ੍ਰਿਫਤਾਰੀਆਂ ਦੇਣ ਵਾਸਤੇ ਤੋਰ ਦਿੱਤੇ ਵੀ ਜਿਹੜੇ ਸਿੰਘ ਨੇ ਜਿੰਨਾ ਚਿਰ ਸਾਡੇ ਸਿੰਘ ਰਿਹਾ ਨਹੀਂ ਹੁੰਦੇ ਅਸੀਂ ਇੱਦਾਂ ਗ੍ਰਿਫਤਾਰੀਆਂ ਦਿਆਂਗੇ। ਉਧਰੋਂ ਸੰਤਾਂ ਨੇ 20 ਜਾਂ 25 ਸਤੰਬਰ ਨੂੰ ਨਾ ਇੱਕ ਕਾਲ ਦਿੱਤੀ ਵੀ ਜਿਹੜੇ ਸਿੱਖ ਅੰਮ੍ਰਿਤਸਰ ਪਹੁੰਚਣ, ਵੀ ਕਾਨਫਰੰਸ ਸੱਦੀ, ਸੰਗਤਾਂ ਨੂੰ ਸੱਦਿਆ। ਸਰਕਾਰ ਵੱਲੋਂ ਬੜੀਆਂ ਰੋਕਾਂ ਲਾਈਆਂ ਗਈਆਂ ਪਰ ਫਿਰ ਵੀ ਬਹੁਤ ਵੱਡਾ ਇਕੱਠ ਹੋਇਆ ਉੱਥੇ। ਉਸ ਇਕੱਠ ਨੂੰ ਵੇਖਦਿਆਂ ਹੋਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਸੇਮ ਡੇ ਅਨੰਦਪੁਰ ਸਾਹਿਬ ਰੱਖੀ ਹੋਈ ਸੀ। ਬਾਕੀ ਸਾਰੇ ਜਿਹੜੇ ਅਕਾਲੀ ਦਲ ਵਾਲੇ ਸਨ ਉਹ ਅਨੰਦਪੁਰ ਸਾਹਿਬ ਸੀ ਤੇ ਸਰਦਾਰ ਗੁਰਚਰਨ ਸਿੰਘ ਜੀ ਟੌੜਾ ਜੀ ਉਹ ਅੰਮ੍ਰਿਤਸਰ ਸਾਹਿਬ ਸਨ। ਜਦੋਂ ਇਹਨਾਂ ਨੇ ਸਾਰਾ ਇਕੱਠ ਵੇਖਿਆ ਵੀ ਇੰਨਾ ਹੋ ਗਿਆ, ਵੀ ਸੰਗਤਾਂ ਦਾ ਇੰਨਾ ਬਹਾਵ, ਇੰਨੇ ਰੋਕਣ ਦੇ ਬਾਵਜੂਦ ਵੀ ਸੰਗਤਾਂ ਆ ਗਈਆਂ ਨੇ, ਫਿਰ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਸੰਤਾਂ ਨੂੰ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਹੀ ਰਲ ਕੇ ਆਪਾਂ ਇਹ ਮੋਰਚਾ ਲਾਵਾਂਗੇ। ਹੋਰ ਵੀ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਪੰਥ ਦੀਆਂ ਮੰਗਾਂ ਨੇ ਉਹ ਆਪਾਂ ਰਲ ਕੇ ਇੱਕ ਸਾਂਝਾ ਧਰਮ ਯੁੱਧ ਮੋਰਚਾ ਲਾਵਾਂਗੇ। ਫਿਰ ਉਸ ਸਮੇਂ ਐਲਾਨ ਕੀਤਾ ਤੇ ਪਹਿਲਾ ਜਥਾ ਜਿਹੜਾ 4 ਅਗਸਤ ਨੂੰ ਆ ਜੀ, ਉਹ ਪਹਿਲਾਂ ਸੱਦੀ ਸੀ, ਜੁਲਾਈ ਅਗਸਤ ਤਰੀਕ ਸ਼ਾਇਦ ਮੈਨੂੰ ਕੋਈ ਨਹੀਂ, ਮੈਂ ਭੁੱਲ ਰਿਹਾ ਵੀ ਪਹਿਲਾ ਜਥਾ 4000 ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੋਰਚੇ ਦਾ। ਪਹਿਲਾਂ 51 ਸਿੰਘ ਜਾਂਦੇ ਰਹੇ, ਫਿਰ ਕਦੇ 101 ਚੱਲ ਗਿਆ, 2 ਵੱਧ ਚੱਲ ਗਏ, ਪਰ ਪ੍ਰੋਪਰ ਜਿਹੜਾ 4000 ਦਾ ਜਥਾ ਜਿਹੜਾ ਸਭ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੈ ਕੇ ਗਏ ਨੇ ਤੇ 4 ਅਗਸਤ 1983 ਨੂੰ। ਤੇ ਉਹ ਫਿਰ ਉਸ ਤੋਂ ਬਾਅਦ 'ਚ ਫਿਰ ਜਿੰਨੇ ਵੀ ਇਸ ਜਿਹੜਾ ਧਰਮ ਯੁੱਧ ਮੋਰਚੇ ਦਾ ਨਾਂ ਦੇ ਕੇ ਵੀ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ, ਜਿਹੜੀਆਂ ਹੁਣ ਗੱਲਾਂ ਚੱਲ ਰਹੀਆਂ ਕਿਸਾਨ ਕਰ ਰਹੇ ਨੇ ਨਾ, ਇਹਨਾਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨੇ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਵੀ ਆਪਣੇ ਨਾਲ ਤੁਹਾਡੇ ਨਾਲ ਇਹ ਕੁਝ ਹੋਣਾ ਆ। ਤੇ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਨਾ, ਜਿੰਨਾ ਚਿਰ ਇਹ ਨਹੀਂ ਮਿਲਦਾ, ਜਿਹੜੀਆਂ ਸਟੇਟਾਂ ਨੇ ਇਹਨਾਂ ਨੂੰ ਖੁਦ ਮੁਖਤਿਆਰੀ ਨਹੀਂ ਮਿਲਦੀ, ਉਹਨਾਂ ਚਿਰ ਇਹ ਗੱਲ ਨਹੀਂ ਬਣਨੀ। ਇਹ ਸੰਤਾਂ ਨੇ ਉਸ ਸਮੇਂ ਪਹਿਲਾਂ ਕਿਹਾ ਹੋਇਆ ਸੀ। ਉਸੇ ਚੀਜ਼ ਨੂੰ ਮੁੱਖ ਰੱਖ ਕੇ ਇਹਨਾਂ ਨੇ ਜ਼ੋਰ ਲਾਇਆ ਵੀ ਆਪਾਂ ਕਿਸੇ ਢੰਗ ਨਾਲ ਫਿਰ ਜਿਹੜੇ ਜ਼ਿਲ੍ਹੇ ਵਾਈਜ਼ ਗ੍ਰਿਫਤਾਰੀਆਂ, ਲੱਖਾਂ ਦੀ ਗਿਣਤੀ ਵਿੱਚ ਗ੍ਰਿਫਤਾਰੀਆਂ ਹੋ ਗਈਆਂ, ਜੇਲ੍ਹਾਂ ਭਰ ਗਈਆਂ, ਸਕੂਲ ਕਾਲਜ ਭਰ ਗਏ। ਫਿਰ ਇਹਨਾਂ ਨੇ ਬਦੋ ਬਦੀ ਜਿਹੜੇ ਲੋਕਾਂ ਨੂੰ ਜੇਲ੍ਹਾਂ 'ਚੋਂ ਬਾਹਰ ਕੱਢਿਆ, ਫਿਰ ਗ੍ਰਿਫਤਾਰੀਆਂ ਚਲਦੀਆਂ ਰਹੀਆਂ। ਫਿਰ ਇਹਨਾਂ ਨੇ ਇਸ ਮੋਰਚੇ ਨੂੰ ਫੇਲ ਕਰਨ ਵਾਸਤੇ ਇੱਕ ਬੱਸ ਵੀ ਟ੍ਰੇਨ 'ਚ ਮਾਰੀ, ਤਰਨ ਦੇ ਕੋਲ ਨਾ, ਉੱਥੇ ਹੁਣ ਵੀ ਜਗ੍ਹਾ ਬਣੀ ਹੋਈ ਹੈ ਯਾਦ ਵਿੱਚ। ਤੇ ਉਧਰੋਂ ਗ੍ਰਿਫਤਾਰ ਕਰਕੇ ਬੱਸ ਭਰ ਕੇ ਲਿਆ ਕੇ ਨਾ ਤੇ ਫਾਟਕ ਹੀ ਨਹੀਂ ਬੰਦ ਕੀਤਾ, ਉਧਰੋਂ ਟ੍ਰੇਨ ਆ ਗਈ, ਉਧਰੋਂ ਉਹਨਾਂ ਬੱਸ ਕੱਢ ਦਿੱਤੇ। 34 ਸਿੰਘ ਸ਼ਹੀਦ ਹੋਏ ਸੀ ਉੱਥੇ। ਤੇ ਉਹ ਜਾਣੀ ਬੜੀ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਪਰ ਲੋਕਾਂ 'ਚ ਕੋਈ ਫਰਕ ਨਹੀਂ ਪਿਆ। ਉਸ ਤੋਂ ਬਾਅਦ ਵਿੱਚ ਉਹਨਾਂ ਦੀ ਅਸਥੀ ਲੈ ਕੇ ਦਿੱਲੀ ਗਏ ਤੇ ਦਿੱਲੀ ਵੀ ਕਈ ਸਿੰਘ ਸ਼ਹੀਦ ਹੋਏ। ਬਾਬਾ ਜੰਗ ਸਿੰਘ ਕਰਨਾਲ ਵਾਲੇ ਸ਼ਹੀਦ ਹੋਏ, ਹੋਰ ਵੀ ਕਾਫੀ ਉੱਥੇ ਸ਼ਹੀਦ ਹੋਏ। ਉਹਨਾਂ ਦੀਆਂ ਅਸਥੀਆਂ ਉਹ ਅਨੰਦਪੁਰ ਸਾਹਿਬ ਹਲਕੇ ਦੇ ਬਹੁਤੇ ਸੀ। ਜਦੋਂ ਅਨੰਦਪੁਰ ਸਾਹਿਬ ਤੋਂ ਦਿੱਲੀ ਉਹਨਾਂ ਦੀਆਂ ਅਸਥੀਆਂ ਲੈ ਕੇ ਗਏ ਤੇ ਲੋਕ ਸਭਾ ਤੱਕ। ਸੋ ਉਸੇ ਦੌਰਾਨ ਹੀ ਫਿਰ ਇਹਨਾਂ ਨੇ ਜਦੋਂ ਕੋਸ਼ਿਸ਼ਾਂ ਕਰਨ ਤੇ ਫਿਰ ਬਾਅਦ ਵਿੱਚ ਇਹਨਾਂ ਨੇ 1 ਜੂਨ ਨੂੰ ਜਿਹੜਾ ਨਾ ਉਹ CRB ਨੇ ਹੱਲਾ ਬੋਲਿਆ ਪਹਿਲਾਂ। ਉਹਨਾਂ ਨੇ ਦੇਖਣ ਵਾਸਤੇ ਵੀ ਕਿੱਥੇ ਕੀ ਕੁਝ ਹੈ ਨਾ। ਫਿਰ ਉਸ ਸਮੇਂ ਇਹਨਾਂ ਨੇ ਬਿਨਾਂ ਪੁੱਛਿਆ ਹੀ ਇਹਨਾਂ ਨੇ ਗੋਲੀ ਚਲਾਈ ਹੈ। ਉਹਦੇ ਵਿੱਚ ਕਈ ਸਿੰਘ ਤੇ ਬੱਚੇ ਬੀਬੀਆਂ 1 ਤਰੀਕ ਨੂੰ ਸ਼ਹੀਦ ਹੋ ਗਏ ਨੇ। ਫਿਰ 2 ਤੇ 3 ਤਰੀਕ ਨੂੰ ਕੁਝ ਨਹੀਂ ਕੀਤਾ ਇਹਨਾਂ ਨੇ, ਜਾਣੀ ਮਾੜਾ ਮੋਟਾ ਕਿਤੇ ਹੋਏਗਾ ਪਰ ਉਹਨਾਂ ਨੇ ਜਾਣੀ। ਫਿਰ 4 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ 4:45 ਵਜੇ ਉਸ ਸਮੇਂ ਅਕਾਲ ਤਖਤ ਸਾਹਿਬ ਤੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਹੀ ਸੀ ਹਲੇ। ਤੇ ਆਸਾ ਜੀ ਦੀ ਵਾਰ ਦਾ ਕੀਰਤਨ ਭਾਈ ਗੁਰਸ਼ਰਨ ਸਿੰਘ ਜਿਹੜੇ ਇੰਗਲੈਂਡ ਰਹੇ ਨੇ ਇਸ ਟਾਈਮ, ਤੇ ਇੱਕ ਬਾਬਾ ਠਾਕਰ ਸਿੰਘ ਜਿਹੜੇ ਕਥਾਵਾਚਕ, ਜਿਹੜੀ ਬੜੀ ਕਥਾ ਮਸ਼ਹੂਰ ਹੋਈ ਹੈ, ਉਹ ਹੁਣ ਇਸ ਟਾਈਮ ਪਟਿਆਲੇ ਨੇ। ਤੇ ਇੱਕ ਬਾਬਾ ਮੁਖਤਿਆਰ ਸਿੰਘ ਮੁਖੀ ਜੀ USA ਰਹਿੰਦੇ ਨੇ ਨਾਭੇ ਤੋਂ। ਇਹ 3 ਸਿੰਘ ਸੀ ਜਿਹੜੇ ਆਸਾ ਦੀ ਵਾਰੇ ਨੇ ਜਦੋਂ ਕੀਰਤਨ ਸ਼ੁਰੂ ਕੀਤੀ ਹੈ ਹਲੇ, ਤੇ ਨਾਲ ਦੀ ਨਾਲ ਹੀ ਉੱਥੇ ਇਹਨਾਂ ਨੇ ਬੰਬ ਮਾਰ ਦਿੱਤੇ। ਉਦੋਂ ਬੰਬਾਰੀ ਸ਼ੁਰੂ ਹੋ ਗਈ ਹੈ। ਉਦੋਂ ਫਿਰ ਕੀਰਤਨ ਸ਼ੁਰੂ ਤੇ ਚੱਲਦਾ ਰਿਹਾ ਸੀ ਕਿ ਰੁਕ ਦਿੱਤਾ ਗਿਆ ਸੀ? ਨਹੀਂ, ਕੀਰਤਨ ਫਿਰ ਇੱਥੋਂ ਰੋਕ ਦਿੱਤਾ ਗਿਆ। ਬਾਹਰ ਥੱਲੇ ਨਾ ਜਿੱਥੇ
ਉੱਤੇ ਅਕਾਲ ਤਖ਼ਤ ਸਾਹਿਬ ਥੱਲੇ ਵਾਲੇ ਪਾਸੇ ਆਸੇ ਦੀਵਾਰ ਦਾ ਕੀਰਤਨ ਹੁੰਦਾ ਸੀ ਸਟੇਜ ਲਾ ਕੇ, ਫਿਰ ਇੱਥੋਂ ਬੰਦ ਕਰਕੇ ਫਿਰ ਅੰਦਰ ਜਾ ਕੇ ਅੰਦਰ ਉੱਤੇ ਜਾ ਕੇ ਜਿੱਥੇ ਅਕਾਲ ਤਖ਼ਤ ਸਾਹਿਬ ਉੱਥੇ ਜਾ ਕੇ ਸੰਪੂਰਨ ਕੀਤਾ ਇਹਨਾਂ ਨੇ ਕੀਰਤਨ। 6 ਜੂਨ ਤੱਕ ਸਾਰੀ ਕਾਰਵਾਈ ਚੱਲਦੀ ਹੈ ਭਾਰਤੀ ਫੌਜ ਦੇ ਵੱਲੋਂ। ਬੜਾ ਵੱਡਾ ਮਨ 'ਚ ਸਵਾਲ ਹੈ ਕਿ ਉਸ ਦੌਰਾਨ ਗੁਰਬਾਣੀ ਤਾਂ ਨਹੀਂ ਰੁਕੀ, ਕੀਰਤਨ ਹੋਇਆ ਕਰਦਾ ਸੀ, ਹੁਕਮਨਾਮਾ ਡੇਲੀ ਹੋਇਆ ਕਰਦਾ ਲਿਆ ਜਾਂਦਾ ਸੀ ਜਾਂ ਫਿਰ ਨਹੀਂ ਹੋਇਆ ਕਰਦਾ ਸੀ ਅੰਦਰ ਪ੍ਰਕਾਸ਼ ਗੁਰੂ ਸਾਹਿਬ ਦਾ? ਲਗਭਗ ਹੁੰਦਾ ਰਿਹਾ। ਮੇਰੇ ਹੀ ਸਾਂਢੂ ਨੇ ਬਾਬਾ ਸੰਤੋਖ ਸਿੰਘ ਰੱਬ ਜੀ, ਜਿਨ੍ਹਾਂ ਨੇ ਅਖੀਰ ਤੱਕ ਉੱਥੇ ਕੀਰਤਨ ਕੀਤਾ। ਉਹਨਾਂ ਨੇ ਕੀਰਤਨ ਕੀਤਾ। ਉੱਥੇ ਕੀਰਤਨ ਕਰਦਿਆਂ ਹੀ ਇੱਕ ਅਵਤਾਰ ਸਿੰਘ ਖੰਡ ਕੀਰਤਨ ਜਥੇ ਦਾ ਸਿੰਘ ਸੀ, ਉਹ ਉਹਨਾਂ ਨਾਲ ਜੋੜੀ ਵਜਾ ਰਿਹਾ ਸੀ ਅਤੇ ਉਹ ਉੱਥੇ ਅੰਦਰ ਸ਼ਹੀਦ ਹੋਇਆ ਗੋਲੀ ਵੱਜਣ ਕਰਕੇ। ਅਤੇ ਫਿਰ ਉਦੋਂ ਬੰਦ ਹੋਇਆ ਕੁਝ ਸਮੇਂ ਵਾਸਤੇ ਕੀਰਤਨ। ਫਿਰ ਇਹਨਾਂ ਨੂੰ ਦਰਬਾਰ ਸਾਹਿਬ 'ਚ ਇਹਨਾਂ ਨੂੰ ਬਾਹਰ ਕੱਢਿਆ, ਅਤੇ ਬਾਕੀ ਸਾਰਾ ਉਹ ਦੱਸ ਸਕਦੇ ਉਹਨਾਂ ਨੂੰ ਦੱਸਣ ਦੇ ਮੁਤਾਬਕ ਉਦੋਂ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਵੀ ਅੰਦਰ ਸਨ। ਬਾਕੀ ਦੇ ਤਾਂ ਬਾਹਰ ਆ ਗਏ, ਉਹਨੂੰ ਕਿਵੇਂ ਹੱਥ ਖੜੇ ਕਰਕੇ ਬਾਹਰ ਆ ਜਾਓ, ਦਰਬਾਰ ਸਾਹਿਬ ਤੋਂ ਆ ਗਏ। ਅਤੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੋ ਕਹਿੰਦੇ ਅਸੀਂ ਨਹੀਂ ਆ ਸਕਦੇ, ਉਹਨਾਂ ਨੂੰ ਫਿਰ ਉਹਨਾਂ ਨੇ ਆਪ ਜਾ ਕੇ ਲੈ ਕੇ ਆਏ ਨੇ। ਬਾਅਦ ਵਿੱਚ ਫਿਰ ਕੁਝ ਸਮੇਂ ਬਾਅਦ ਰੁਕਿਆ ਰਿਹਾ ਕੀਰਤਨ, ਫਿਰ ਬਾਅਦ 'ਚ ਕੀਰਤਨ ਸ਼ੁਰੂ ਹੋਇਆ। ਗੋਲੀਬਾਰੀ ਹੁੰਦੀ ਹੈ, ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਬੰਬ ਵੱਜਦਾ ਆ ਕੇ, ਤੋਪ ਦਾ ਗੋਲਾ ਵੱਜਦਾ। ਫਿਰ ਉਸ ਤੋਂ ਬਾਅਦ ਥੱਲੇ ਬਹੁਤ ਸਾਰੇ ਸ਼ਰਧਾਲੂ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਹੁੰਦਾ ਹੈ, ਸੰਗਤਾਂ ਆਉਂਦੀਆਂ ਨੇ ਉਸੇ ਕਰਕੇ। ਤਾਂ ਫਿਰ ਉਹ ਸੰਗਤ ਦਾ ਕੀ ਕਸੂਰ ਸੀ ਕਿ ਤਾਬੜਤੋੜ ਗੋਲੀਆਂ ਉਹਨਾਂ 'ਤੇ ਵੀ ਚਲਾਈਆਂ ਗਈਆਂ? ਕਸੂਰ ਨੇ ਇਹਨਾਂ ਦਾ ਇਰਾਦਾ ਹੀ ਇਹ ਸੀ। ਇਹਨਾਂ ਦਾ ਇਰਾਦਾ ਸੀ ਵੀ ਜਿੰਨੇ ਬਹੁਤੇ ਇਕੱਠੇ ਹੋਣਗੇ ਨਾ, ਇਹ ਹੁਣ ਤੋਂ ਨਹੀਂ, ਇਹ ਮੁਗਲਾਂ ਤੋਂ ਚੱਲਿਆ ਆਇਆ। ਭਾਈ ਮਨੀ ਸਿੰਘ ਦੇ ਨਾਲ ਵੀ ਇਹਨਾਂ ਨੇ ਨਾ, ਉਦੋਂ ਉਹਨਾਂ ਨੇ ਕਿਹਾ ਸੀ ਅਸੀਂ ਕਹਿੰਦੇ ਸੀ ਅਸੀਂ ਆਪਣਾ ਇੱਥੇ ਦੀਵਾਲੀ ਦਾ ਮੇਲਾ ਲਾਉਣਾ, ਅਤੇ ਉਹਨਾਂ ਨੇ ਨਾਲ ਕਹਿਣ ਲੱਗੇ ਵੀ ਜਿਹੜਾ ਉੱਥੋਂ ਦਾ ਹਾਕਮ ਸੀ ਵੀ ਸਾਨੂੰ ਕੁਝ ਦਿਓ। ਉਹਨਾਂ ਨੂੰ ਦੇਣਾ ਵੀ ਕੁਝ ਮੰਨ ਲਿਆ ਵੀ ਸਾਨੂੰ ਮੇਲਾ ਲਾ ਲੈਣ ਦਿਓ, ਸੰਗਤਾਂ ਆਉਣੀਆਂ ਚਾਹੁੰਦੀਆਂ ਨੇ। ਅੰਦਰ ਖਾਤੇ ਉਹਨਾਂ ਨੇ ਬਣਾ ਲਿਆ ਵੀ ਜਦੋਂ ਇੱਥੇ ਇਕੱਠੇ ਹੋ ਜਾਣਗੇ ਨਾ, ਆਪਾਂ ਜੰਗਲਾਂ 'ਚ ਜ਼ਰੂਰ ਸਿੰਘਾਂ ਨੂੰ ਲੱਭਣਾ, ਇੱਥੇ ਆਏ ਆਪਾਂ ਸਾਰੇ ਫੜ ਕੇ ਤੇ ਮਾਰ ਦਿਓ। ਅਤੇ ਇਸੇ ਹਿਸਾਬ ਨਾਲ ਇਹਨਾਂ ਦਾ ਪਹਿਲਾਂ ਹੀ ਇਰਾਦਾ ਸੀ ਵੀ ਅਸੀਂ ਇਹਨਾਂ ਨੂੰ ਮਾਰਨਾ, ਵੱਧ ਤੋਂ ਵੱਧ ਦਹਿਸ਼ਤ ਪਾਉਣੀ, ਵੱਧ ਤੋਂ ਵੱਧ ਇਹਨਾਂ ਨੂੰ ਆਪਾਂ ਜਿਹੜਾ ਕਰਨਾ, ਖਤਮ ਕਰਨਾ। ਤੁਸੀਂ ਉੱਥੇ ਰਹੇ ਹੋ, ਤੁਸੀਂ ਦੇਖਿਆ ਕਿ ਜਦੋਂ ਗੋਲੀਬਾਰੀ ਹੁੰਦੀ ਹੈ, ਬਹੁਤ ਸਾਰੇ ਸ਼ਰਧਾਲੂ ਜੋ ਮੱਥਾ ਟੇਕਣ ਆਏ ਹੁੰਦੇ ਨੇ, ਸਾਰੇ ਪ੍ਰਕਰਮਾਂ 'ਚ ਲਾਸ਼ਾਂ ਹੀ ਲਾਸ਼ਾਂ ਵਿਛੀਆਂ ਹੁੰਦੀਆਂ ਨੇ। ਪਾਣੀ ਦਾ ਟੈਂਕੀ ਜਿਹੜੀ ਫਟ ਕੇ ਥੱਲੇ ਆ ਜਾਂਦੀ ਹੈ, ਤਾਂ ਪ੍ਰਕਰਮਾਂ ਵੀ ਜਿਹੜੀਆਂ ਪਾਣੀ ਦੇ ਨਾਲ ਹੀ ਖੂਨ ਔਰ ਪਾਣੀ ਮਿਕਸ ਹੋ ਕੇ ਭਰਿਆ ਹੁੰਦਾ ਸਾਰਾ। ਤੁਸੀਂ ਦੇਖਦੇ ਹੋ, ਫਿਰ ਮੋਰਚਾ ਵੀ ਸਾਂਭਦੇ ਹੋ, ਤੁਹਾਡੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ ਉਸ ਦੌਰਾਨ। ਤੁਸੀਂ ਕਿਹੜੇ ਪਾਸਿਓਂ ਮੋਰਚਾ ਸਾਂਭਦੇ ਹੋ? ਅਸੀਂ ਸੀ ਲੰਗਰ ਵਾਲੇ ਪਾਸੇ। ਉੱਥੇ ਨਾ ਕਾਰ ਸੇਵਾ ਵਾਲੇ ਸਿੰਘ ਲਗਭਗ 40 ਸਿੰਘ ਆਏ ਸੀ ਸ੍ਰੀ ਹਜ਼ੂਰ ਸਾਹਿਬ ਤੋਂ। ਬਾਬਾ ਸ਼ੀਰ ਸਿੰਘ ਜਿਹੜਾ ਲੰਗਰ ਵਾਲੇ, ਜਿੱਥੇ ਲੰਗਰਾਂ ਦੀ ਸੇਵਾ ਚੱਲਦੀ ਨਾ, ਉਹਨਾਂ ਸੰਤ ਕਿਤੇ ਗਏ ਸੀ, ਨਾਲ ਹੀ ਸੀ ਉਹਦੇ ਪਿੰਡ ਵਾਲੇ ਸੰਤ ਹਜ਼ੂਰ ਸਾਹਿਬ ਗਏ ਸੀ। ਅਤੇ ਸੰਤ ਉਹਨਾਂ ਨੂੰ ਪੁੱਛਦੇ ਇਹ ਕਿਵੇਂ ਆ, ਟੋਕਰੀਆਂ 'ਚ ਇਹ ਕਰਨ ਜੋਗੇ ਕੁਝ ਹੋਰ ਵੀ? ਕਹਿੰਦੇ ਮਹਾਰਾਜ ਜਦੋਂ ਯਾਦ ਕਰੋਗੇ ਤਾਂ ਆਵਾਂਗੇ। ਫਿਰ ਉਹਨਾਂ ਨੂੰ ਪਤਾ ਲੱਗਾ, ਫਿਰ ਉਹ ਜਿਹੜੇ ਸਿੰਘ 40 ਸਿੰਘ ਆਏ ਸੀ ਉਦੋਂ, ਉਹ ਲੰਗਰ ਹਾਲ ਦੀ ਦੂਜੀ ਮੰਜ਼ਿਲ 'ਤੇ ਸੀ ਉਹਨਾਂ ਦੀ ਡਿਊਟੀ। ਉਹਨਾਂ ਦੇ ਨਾਲ ਹੀ ਮੈਂ ਸਾਂ। ਸਾਡੀ ਮੇਰੇ ਉਹਦੇ ਨਾਲ ਕਾਫੀ ਪ੍ਰੇਮ ਸੀ। ਕੁਝ ਹੈਗੇ ਸੀ ਸਿੰਘ ਜਿਨ੍ਹਾਂ ਦਾ, ਅਤੇ ਉਹਨਾਂ ਨੇ ਆਪਣੇ ਨਾਲ ਹੀ ਮੇਰੀ ਡਿਊਟੀ ਲਵਾ ਲਈ। ਫਿਰ ਮੈਂ ਉਹਨਾਂ ਦੇ ਨਾਲ ਹੀ ਰਿਹਾ ਸੀ, ਲੰਗਰ ਹਾਲ ਦੀ ਦੂਜੀ ਮੰਜ਼ਿਲ 'ਤੇ ਸਾਂ ਅਸੀਂ। ਫਿਰ ਤੁਸੀਂ ਉੱਥੇ ਜਵਾਬੀ ਫਾਇਰਿੰਗ ਕਰਦੇ ਹੋ, ਬਹੁਤ ਸਾਰੇ ਫੌਜੀ ਵੀ ਢਹਿ ਹੁੰਦੇ ਉਹਨਾਂ ਦੇ। ਪਰ ਉਸ ਤੋਂ ਬਾਅਦ ਤੁਸੀਂ ਨਿਕਲਦੇ ਕਿੱਥੋਂ ਹੁੰਦਾ? ਸਭ ਕੁਝ ਦੇਖਦੇ ਹੋ, ਔਰ ਸੰਤ ਜੀ ਵੀ ਅੰਦਰ ਹੁੰਦੇ ਕਿ ਉਹਨਾਂ ਦੇ ਵੱਲੋਂ ਵੀ ਗੋਲੀਬਾਰੀ ਜਵਾਬੀ ਹਮਲਾ ਕੀਤਾ ਜਾਂਦਾ ਉਹਨਾਂ ਦੇ ਵੱਲੋਂ ਵੀ? ਵੇਖੋ ਜੀ, ਅਸੀਂ 5 ਤਰੀਕ ਦੀ ਸ਼ਾਮ ਤੱਕ ਲੰਗਰ ਹਾਲ ਵਿੱਚ ਹੀ ਰਹੇ ਹਾਂ, ਜਿਹੜੇ ਉੱਥੇ ਮੋਰਚੇ ਸੀ। 5 ਤਰੀਕ ਸ਼ਾਮ ਨੂੰ ਬਾਬਾ ਠਾਰਾ ਸਿੰਘ ਨੇ, ਜੋ ਸਾਡੇ ਰਿਸ਼ਤੇਦਾਰ, ਉਹਨਾਂ ਨੇ ਕਿਹਾ ਸੀ ਵੀ ਮੇਰੇ ਘਰ ਵਾਲੀ ਸਿੰਘਣੀ ਸਾਡੀ ਨੂੰ, ਨਾਲ ਛੋਟੇ ਬੱਚੇ ਸੀ ਕੁਝ ਪੌਂੜਾ ਸਾਹਿਬ ਤੋਂ ਆਏ, ਅਤੇ ਇੱਕ ਲੜਕੀ ਉਸੇ ਨੇੜੇ ਘਰ ਦੀ ਸਾਡੀ ਸਿੰਘਣੀ ਨਾਲ ਪੜ੍ਹਦੀ, ਨੇੜੇ ਸੀ ਚੌਂਕ ਪ੍ਰਾਗਦਾਸ 'ਚ ਘਰ ਸਹੁਰਾ ਮੇਰੇ ਦਾ। ਉਹਨਾਂ ਨੂੰ ਕਹਿੰਦੇ ਤੁਸੀਂ ਛੱਡ ਕੇ ਆਓ। ਅਤੇ ਜਦੋਂ ਅਸੀਂ ਛੱਡਣ ਗਏ ਆ, ਮੇਰੇ ਨਾਲ ਇੱਕ ਟਾਂਗਰੇ ਦਾ ਹੈਗਾ ਸੀ, ਹੁਣ ਵੀ ਹੈਗਾ ਸਿੰਘ, ਸ਼ਹੀਦ ਉਹਨੂੰ ਕਹਿੰਦੇ ਆ। ਅਸੀਂ ਦੋਵੇਂ ਜਣੇ ਗਏ ਛੱਡਣ। ਜਦੋਂ ਛੱਡ ਕੇ ਆਏ ਆ, ਰਾਤ ਕਾਫੀ ਲੇਟ ਹੋ ਗਏ ਸਾਂ। ਜਦੋਂ ਛੱਡ ਕੇ ਆਏ ਅਸੀਂ, ਅਤੇ ਆਉਂਦਿਆਂ ਤੱਕ ਜਿਹੜੀ ਗੁਰੂ ਰਾਮਦਾਸ ਸਰਾਂ ਅਤੇ ਲੰਗਰ ਦੇ ਵਿਚਕਾਰ ਟੈਂਕ ਆ ਗਏ ਸਨ। ਟੈਂਕ ਆਉਣ ਕਰਕੇ ਫਿਰ ਅਸੀਂ ਉੱਧਰ ਜਾ ਨਾ ਸਕੇ। ਬਾਅਦ 'ਚ ਅਸੀਂ 5 ਤਰੀਕ ਦੀ ਸ਼ਾਮ ਤੋਂ ਲੈ ਕੇ ਫਿਰ ਅਸੀਂ ਇੱਧਰ ਰਹੇ ਹਾਂ। ਜਿਹੜੇ ਪਾਸੇ ਤੁਸੀਂ ਟੈਂਕੀ ਕਹਿੰਦੇ ਆ ਨਾ, ਟੈਂਕੀ ਇਹ ਗੁਰੂ ਰਾਮਦਾਸ ਸਰਾਂ ਦੇ ਵਿੱਚ ਸੀ,
ਜਿਹੜੀ ਫਟੀ ਆ ਨਾ, ਜਿੱਥੇ ਡਾਕਟਰ ਮਨਜੀਤ ਸਿੰਘ ਭੋਮਾ ਹੋਣੀ ਦੱਸਦੇ ਨੇ, ਇਹ ਟੈਂਕੀ ਉਸ ਪਾਸੇ ਸੀ। ਫਿਰ ਰਾਤ ਨੂੰ ਇੱਧਰੋਂ ਤਾਂ ਟੈਂਕ ਆ ਗਏ, ਟੈਂਕੀ ਦੇ ਨਾਲ ਹੀ ਇੱਕ ਗੇਟ ਹੁੰਦਾ ਸੀ ਲੋਹੇ ਦਾ, ਇੱਧਰ ਟਾਇਲਟ ਬਣੀਆਂ ਸਨ ਤੇ ਸਰਾਂ ਦੀ ਬੈਕ ਸਾਈਡ ਤੇ ਉਧਰ ਪਿਛਲੇ ਪਾਸਿਓਂ ਰਸਤਾ ਸੀ। ਉਧਰੋਂ ਜਿਹੜੀ ਮਿਲਟਰੀ ਆ ਨਾ, ਉਹ ਆਈ ਆ ਸਰਾਂ ਦੇ ਵਿੱਚ। ਉਹਨੇ ਸਰਾਂ 'ਚ ਆ ਕੇ ਜਿੰਨੇ ਵੀ ਲੋਕ ਬਾਹਰ ਉਹਦੀ ਬਰਾਂਡਿਆਂ 'ਚ ਬੈਠੇ ਸੀ, ਸਾਰੇ ਉਹਨਾਂ ਨੂੰ ਉੱਥੇ ਮਾਰ ਦਿੱਤੇ ਆ। ਤੇ ਜਿਵੇਂ ਅਸੀਂ ਬਾਈ ਚਾਂਸ ਸੀ, ਅਸੀਂ ਦੂਜੀ ਮੰਜ਼ਿਲ 'ਤੇ ਸਾਂ, ਇੱਥੇ ਵੀ ਆ ਕੇ ਦੂਜੀ ਮੰਜ਼ਿਲ 'ਚ ਕਮਰਾ ਸੀ, ਅਸੀਂ ਕਮਰੇ 'ਚ ਸੀ, ਬੱਚੇ ਸੀ ਕੋਈ ਨਾਲ, ਸਾਡੇ ਘਰ ਦੇ ਵੀ ਨਾਲ ਸਨ। ਤੇ ਇਹਨਾਂ ਨੇ ਆਉਂਦਿਆਂ ਬਾਹਰੋਂ ਕੁੰਡੇ ਲਾਤੇ, ਕਿਸੇ 'ਚ ਗਰੇਡ ਸੁੱਟਤਾ, ਕਿਸੇ 'ਚ ਬਰਸਟ ਮਾਰਿਆ, ਉੱਦਾਂ ਦਹਿਸ਼ਤ ਜੀ ਪਾਈ ਗਏ ਤੇ ਕੁੰਡੇ ਬੰਦ ਕਰੀ ਗਏ ਸਾਰੇ ਕਮਰਿਆਂ ਦੇ ਬਾਹਰੋਂ। ਜਿਹੜੇ ਬਾਹਰ ਬੈਠੇ ਸੀ ਉਹ ਮਾਰੀ ਗਏ। ਅਸੀਂ ਵੇਖਦੇ ਸਾਂ ਰਾਤ ਨੂੰ ਜਦੋਂ, ਤੇ ਬਹੁਤ ਚੀਜ਼ ਚਿਹਾੜਾ ਥੱਲੇ ਵਾਲੀ ਬਿਲਡਿੰਗ 'ਤੇ ਹੋ ਰਿਹਾ ਸੀ। ਤੇ ਉੱਧਰੋਂ ਸਾਡੇ ਸਾਹਮਣੇ ਕਮਰੇ ਸੀ, ਉਹਨਾਂ ਕਮਰਿਆਂ ਦੇ ਵਿੱਚ ਜਿਉਂਦਿਆਂ ਨੂੰ ਅੱਗ ਲਾਈ। ਲੋਕ ਬਹੁਤ ਤੜਫਦੇ, ਬਹੁਤ ਦੇਖੇ ਤੜਫਦੇ, ਕਮਰਾ ਭਰਿਆ ਸੀ, ਨਿਕਲ ਸਕਦੇ ਨਹੀਂ ਸੀ ਅੰਦਰ। ਕਿਸੇ ਢੰਗ ਨਾਲ ਇਹਨਾਂ ਨੇ ਅੱਗ ਸੁੱਟ ਦਿੱਤੀ, ਅੱਗ ਲਾਈ ਉੱਥੇ ਸਰਾਂ ਦੇ ਬਿਲਕੁਲ ਸਾਹਮਣੇ, ਸਾਡੇ ਕਮਰੇ ਦੇ ਸਾਹਮਣੇ ਸੀ, ਦੂਜੇ ਪਾਸੇ ਸਰਾਂ ਦੇ। ਤੇ ਇੰਝ ਫਿਰ ਇਹਨਾਂ ਨੇ ਸਾਡੇ ਵੀ, ਜਦੋਂ ਉਹਨਾਂ ਨੇ ਬਰਸਟ ਮਾਰਿਆ ਨਾ, ਇੱਕ ਬੱਚਾ ਸ਼ਹੀਦ ਹੋਇਆ ਸੀ। ਉਹ ਜਿਹੜੇ ਛੋਟੇ ਬੱਚੇ ਦੱਸ ਰਹੇ ਨਾ ਪੌਂਡਾ ਸਾਹਿਬ ਦੇ, ਉਹਨਾਂ 'ਚ ਇੱਕ ਬੱਚਾ ਸੀ, ਉਹ ਇੱਕ ਸ਼ਹੀਦ ਹੋ ਗਿਆ ਸੀ ਉੱਥੇ। ਤੇ ਉੱਧਰੋਂ ਫਿਰ ਜਦੋਂ ਸਾਨੂੰ ਉਹਨਾਂ ਦਿਨ ਚੜ੍ਹਿਆ ਨਾ, ਦਿਨ ਚੜ੍ਹੇ ਤੇ ਇਹਨਾਂ ਨੇ ਜਿਵੇਂ ਉੱਦਾਂ ਗੋਲੀਆਂ ਗਾਲੀਆਂ ਤੋਂ ਹੀ ਚਲਾਈ ਜਾਂਦੇ ਸੀ, ਚਲਾ ਕੇ ਜਿਹੜੇ ਕਮਰਿਆਂ ਦਾ ਦਰਵਾਜ਼ੇ ਖੋਲ੍ਹਣੇ ਤੇ ਇਹਨਾਂ ਸਾਰਿਆਂ ਨੂੰ ਕਹਿੰਦੇ ਬਾਹਰ ਆ ਜਾਓ। ਤੇ ਬਾਹਰ ਉੱਦਾਂ ਥੱਲੇ ਉਹਨਾਂ ਨੂੰ ਗੋਲੀਆਂ ਦਾ ਇੱਕ ਅੱਧਾ ਬਰਸਟ ਮਾਰ ਦੇਣਾ, ਥੱਲੇ ਵੀ ਕੋਈ ਹਿੱਲੇ ਜੁੱਲੇ ਨਾ। ਤੇ ਫਿਰ ਉਹਨਾਂ ਬਾਹਰ ਕੱਢ ਕੇ ਫਿਰ ਜਿੱਥੇ ਪ੍ਰਕਰਮ ਹੈਗੇ ਨਾ, ਬਰਾਂਡਾ ਗੁਰੂ ਰਾਮਦਾਸ ਸਰਾਂ ਦਾ, ਪੌੜੀਆਂ ਉਤਰ ਕੇ ਨਾਲ ਹੀ ਇੱਧਰਲੇ ਪਾਸੇ ਸਾਨੂੰ ਹੋਰ ਵੀ ਬੈਠੇ ਸੀ ਉੱਥੇ, ਕੁੱਟੇ ਕੱਟੇ ਤੇ ਬਹੁਤ ਸਾਨੂੰ ਉੱਥੇ ਉਹਨਾਂ ਨੇ, ਬਹੁਤ ਜ਼ਿਆਦਾ ਹੈ। ਫਿਰ ਉੱਥੇ ਲਿਆ ਕੇ ਸਾਨੂੰ ਸੁੱਟ ਦਿੱਤਾ ਇਹਨਾਂ ਨੇ। ਫਿਰ ਉੱਥੇ ਅਸੀਂ ਬੈਠੇ ਰਹੇ। ਉੱਧਰੋਂ ਕੁਝ ਸਮੇਂ ਬਾਅਦ ਇੱਕ ਸਰਾਂ ਦੇ ਥੱਲੇ ਬੇਸਮੈਂਟ ਹੈ, ਉਹਦੇ ਵਿੱਚ ਨਾ ਚਿੱਟੇ ਰੰਗ ਦਾ ਕੱਪੜਾ ਬਾਹਰ ਕੱਢਿਆ ਕਿਸੇ ਨੇ, ਦਾ ਹਲਾਇਆ ਵੀ ਚਿੱਟਾ ਕੱਪੜਾ ਵੇਖ ਕੇ ਪਤਾ ਹੋਊਗਾ, ਕੋਈ ਪੁਰਾਣਾ ਸਿਆਣਾ ਹੋਣਾ। ਥੱਲੇ ਬੇਸਮੈਂਟ ਵਿੱਚ ਉਹ ਬੰਦੇ ਸਨ ਜਿਹੜੇ ਕੋਈ ਰਿਕਸ਼ਾ ਚਲਾਉਣ ਵਾਲਾ, ਕੋਈ ਗਰੀਬ ਵਿਚਾਰਾ ਦਿਹਾੜੀ ਕਰਨ ਵਾਲਾ, ਜਾਂ ਯਾਤਰੂ ਆਏ। ਉਹ ਜਿਵੇਂ ਅੱਜ ਕੱਲ੍ਹ ਤੇ ਕਮਰੇ ਮਿਲ ਜਾਂਦੇ ਨੇ ਨਾ, ਉਦੋਂ ਕਮਰੇ ਨਹੀਂ ਸੀ ਬਾਹਲੇ ਹੁੰਦੇ। ਗੁਰੂ ਰਾਮਦਾਸ ਸਰਾਂ 'ਚ ਹੀ ਥੋੜ੍ਹੇ ਹੀ ਕਮਰੇ ਸੀ, ਬਾਕੀ ਲੋਕ ਪ੍ਰਕਰਮਾਂ 'ਚ ਸੌਂ ਜਾਂਦੇ ਜਾਂ ਆ ਕੇ ਬਰਾਂਡਿਆਂ 'ਚ ਸੌਂ ਜਾਂਦੇ ਸੀ। ਤੇ ਜਦੋਂ ਫਿਰ ਕੁਝ ਲੋਕ ਜਿਹੜੇ ਸੀ ਉਹ ਥੱਲੇ ਬੇਸਮੈਂਟ 'ਚ ਵੜ ਕੇ ਵੀ ਅੰਦਰੋਂ ਵੀ ਬਾਹਰ ਨੁਕਸਾਨ ਨਾ ਹੋਵੇ ਬਚਣ ਦੇ ਮਾਰਿਆਂ। ਤੇ ਜਿਵੇਂ ਹੁਣ ਫਿਰ ਉਹਨਾਂ ਨੇ ਜਦੋਂ ਕੱਪੜਾ ਕੀਤਾ ਤੇ ਇਹਨਾਂ ਨੇ ਸਪੀਕਰ 'ਚ ਆਵਾਜ਼ ਬੋਲੀ ਵੀ ਤੁਸੀਂ ਸਾਰੇ ਬਾਹਰ ਆ ਜਾਓ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਅਸੀਂ ਸਾਹਮਣੇ ਬੈਠੇ ਵੇਖ ਰਹੇ ਹਾਂ। ਜਦੋਂ ਆਵਾਜ਼ ਦਿੱਤੀ ਤੇ ਉਹ ਲੋਕ ਕੱਲਾ ਕੱਲਾ ਕਰਕੇ ਬਾਹਰ ਨਿਕਲ ਆਏ। ਅਸੀਂ ਜਾਣੀ ਇੱਧਰ ਜੋ ਅੰਦਰ ਵੜੀਏ ਨਾ ਸਰਾਂ ਵਾਲੇ ਪਾਸਿਓਂ, ਸੱਜੇ ਪਾਸੇ ਬੈਠੇ ਸੀ ਇਸ ਤਰ੍ਹਾਂ। ਉਹ ਖੱਬੇ ਪਾਸੇ ਉਹਨਾਂ ਨੂੰ ਲਿਆ ਕੇ ਨਾ, ਥੱਲੇ ਨੀਵੀਂ ਜਗ੍ਹਾ ਸੀ, ਅਸੀਂ ਬਰਾਂਡੇ ਥੋੜ੍ਹੇ ਜਿਹੇ ਉੱਚੇ ਨੇ, ਬਾਕੀ ਜਿੱਦਾਂ ਇਸ਼ਨਾਨ ਕਰਨ ਵਾਲੀ ਇੱਕ ਟੈਂਕੀ ਹੋਰ ਸੀ ਪਹਿਲਾਂ ਪੁਰਾਣੀ ਗੁਰੂ ਰਾਮਦਾਸ ਸਰਾਂ ਦੀ, ਉੱਥੇ ਇਸ਼ਨਾਨ ਘਰ ਬਣਿਆ। ਉਹਦੇ ਖੱਬੇ ਪਾਸੇ ਉਹਨਾਂ ਨੂੰ ਲਿਆ ਕੇ ਬਿਠਾ ਦਿੱਤਾ, ਲਾਈਨਾਂ ਲਾਤੀਆਂ, ਲਾਈਨਾਂ ਲੱਗੀਆਂ ਨੇ। ਸਾਰੇ ਜਦੋਂ ਆ ਗਏ ਨਾ, ਇੱਕ ਬਿਸਲ ਵੱਜੀ ਆ। ਉਸ ਬਿਸਲ ਦੇ ਨਾਲ ਬੇਟਾ ਗਰਨੇਡ ਤੇ ਗੋਲੀਆਂ ਇੰਨੀਆਂ ਚੱਲੀਆਂ, ਨਾਲ ਦੀ ਨਾਲ ਹੀ ਜਿਹੜੇ ਖੜੇ ਹੀ ਢੇਰ ਹੋ ਗਏ ਬੰਦੇ, ਖੜੇ ਹੀ ਢੇਰ ਹੋ ਗਏ। ਤੇ ਇੱਥੋਂ ਤੱਕ ਦੇਖਿਆ, ਇੱਕ ਬੀਬੀ ਦੇ ਪੇਟ ਵਿੱਚੋਂ ਬੱਚਾ ਡਿੱਗਦਾ ਵੇਖਿਆ। ਇੰਨਾ ਜਾਣੀ ਬੁਰੀ ਹਾਲਤ ਨਾ, ਵੀ ਬੱਚਾ ਡਿੱਗਦਾ ਵੀ ਉਹਨਾਂ ਦਾ ਦੇਖਿਆ। ਉਹਨਾਂ ਵਿੱਚੋਂ ਮੇਰੇ ਖਿਆਲ 2-4 ਜਣੇ ਬਚੇ, ਜਿੰਨੇ ਵੀ ਸੀ 100, 150, 200 ਜਿੰਨਾ ਵੀ ਸੀ ਨਾ, ਉਹਨਾਂ ਵਿੱਚੋਂ ਸਾਡੇ ਨਾਲ ਫਿਰੋਜ਼ਪੁਰ ਜੇਲ੍ਹ 'ਚ ਰਹੇ ਨੇ, ਫੱਟੜ ਹੋ ਗਏ ਸਨ ਉਹ ਵੀ। ਤੇ ਉਹ ਸੀਨ ਨਹੀਂ ਭੁੱਲ ਸਕਦਾ। ਇੱਕ ਫਿਰ ਅਸੀਂ ਉੱਥੇ ਬੈਠੇ ਸਾਂ, ਉੱਧਰੋਂ ਜਿਹੜੇ ਦੱਸੀਏ ਨਾ ਟੈਂਕੀ ਇਸ਼ਨਾਨ ਘਰ ਵਾਲਾ ਜਦ ਬਣਿਆ ਸੀ ਗੋਲ ਜਿਹਾ, ਹੁਣ ਵੀ ਹੈਗਾ। ਤੇ ਇੱਧਰ ਜਿਹੜੀਆਂ ਪੌੜੀਆਂ ਚੜ੍ਹਦੀਆਂ ਨੇ ਗੁਰੂ ਰਾਮਦਾਸ ਸਰਾਂ ਦੀਆਂ, ਉਹ ਪੌੜੀਆਂ ਥੱਲੇ ਤੇ ਢੇਰ ਹੀ ਲੱਗਾ ਪਿਆ ਸੀ ਲਾਸ਼ਾਂ ਦਾ। ਜਦੋਂ ਸਵੇਰੇ ਅਸੀਂ ਆ ਕੇ ਵੇਖਿਆ ਨਾ, ਇੱਕ ਦੂਜੇ ਦੇ ਉੱਤੇ। ਇੱਕ ਜਿਹੜਾ ਬਰਾਂਡਾ ਸੀ ਉਹ ਉੱਚਾ ਸੀ ਤੇ ਥੱਲੇ ਵਾਲਾ ਥਾਂ ਨੀਵਾਂ ਸੀ, ਹੁਣ ਤਾਂ ਥੋੜ੍ਹਾ ਜਿਹਾ ਉੱਚਾ ਕਰਤਾ ਇਹਨਾਂ ਨੇ। ਉਹ ਇੰਨਾ ਭਰਿਆ ਸੀ ਲਾਸ਼ਾਂ ਦੇ ਨਾਲ, ਉਹ ਜਿਹੜਾ ਥੱਲੇ ਵਾਲਾ ਪਾਸੇ ਬਰਾਂਡੇ ਦੇ ਉੱਤੇ ਉੱਚਾ ਹੋਇਆ ਪਿਆ ਸੀ।
ਤੁਹਾਡੀ ਉਮਰ ਵੀ ਉਸ ਟਾਈਮ ਤੇ ਬੜੀ ਛੋਟੀ ਸੀਗੀ, ਅਸੀਂ ਬੜੀ ਛੇਤੀ ਡੋਲ ਜਾਂਦੇ ਇਹ ਸਭ ਚੀਜ਼ਾਂ ਦੇਖ ਕੇ, ਹੈ ਨਾ। ਜੇ ਤੁਸੀਂ ਆਪਣੇ ਸਾਹਮਣੇ ਇੰਨਾ ਕਹਿਰ ਹੁੰਦਾ ਦੇਖਿਆ ਕਿ ਜਿਹੜਾ ਉਹ ਗੁਰੂ ਦਾ ਘਰ ਹੈ ਜਿੱਥੇ ਰੋਜ਼ਾਨਾ ਸੰਗਤ ਆਉਂਦੀ, ਇਲਾਹੀ ਬਾਣੀ ਦਾ ਕੀਰਤਨ ਹੁੰਦਾ, ਸਾਡੀ ਸੋਹਣੀ ਸਵੇਰ ਚੜ੍ਹਦੀ, ਬੜੀ ਸ਼ਾਂਤੀ ਸੀ ਉਸ ਸਥਾਨ ਤੇ, ਇੱਕਦਮ ਉੱਥੇ ਕੋਹਰਾਮ ਮੱਚ ਗਿਆ ਔਰ ਤੁਸੀਂ ਸਭ ਕੁਝ ਆਪਣੇ ਅੱਖੀਂ ਦੇਖਿਆ, ਉਹਦਾ ਦਿਲ ਰੋਇਆ ਸੀ। ਬੇਟੇ ਗੱਲ ਇੰਝ ਹੈ, ਉਸ ਸਮੇਂ ਅਸੀਂ ਜਿਹੜਾ ਵੇਖੋ ਗੁਰੂ ਸਾਹਿਬ ਨੇ ਜਿਹੜਾ ਆਪਣੇ ਪਿੰਡੇ ਤੇ ਦਰਦ ਹੰਢਾਏ ਹੋਏ ਨੇ ਨਾ, ਭਾਵੇਂ ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਲਾ ਲਓ, ਕੁਝ ਵੀ ਲਾ ਲਓ, ਜਿੰਨੇ ਵੀ ਸਿੰਘ ਨੇ, ਉਹ ਅੱਖ ਫਰੰਕ ਵਿੱਚ ਸਾਰਾ ਕੁਝ ਕਰ ਸਕਦੇ ਸੀ, ਪਰ ਉਹਨਾਂ ਨੇ ਆਮ ਇੱਕ ਬੰਦੇ ਵਾਲਾ ਜੀਵਨ ਜੀਵ ਕੇ ਸਾਨੂੰ ਦਿਖਾਇਆ ਜੇ ਇਹੋ ਜਿਹਾ ਸਮਾਂ ਆਵੇ ਵੀ ਤੁਸੀਂ ਇੰਜ ਕੱਟਣਾ ਆ। ਸਾਡਾ ਜਿਹੜਾ ਇਤਿਹਾਸ ਆ ਨਾ, ਇਹ ਸਾਨੂੰ ਸੇਧ ਦਿੰਦਾ ਸੀ ਵੀ ਉਸ ਸਮੇਂ ਅਸੀਂ ਵਹਿੰਦੇ ਸਾਂ, ਜਿਹੜੇ ਜੋ ਲੋਕਾਂ ਨੂੰ ਸੁਣਾਉਂਦੇ ਆ ਜਾਂ ਇਤਿਹਾਸ ਪੜ੍ਹਿਆ, ਉਹ ਸਾਰਾ ਹੀ ਦੁਹਰਾਇਆ ਜਾ ਰਿਹਾ ਸੀ ਵੀ ਅਸੀਂ ਜੋ ਪੜ੍ਹਿਆ ਨਾ, ਵੀ ਉਹ ਸਾਨੂੰ ਇੰਝ ਲੱਗ ਰਿਹਾ ਸੀ। ਪਹਿਲਾਂ ਕਈ ਵਾਰ ਹੁੰਦਾ ਸੀ ਵੀ ਹੋ ਸਕਦਾ ਕਿ ਨਹੀਂ ਹੋ ਸਕਦਾ, ਪਰ ਹੁਣ ਅਸੀਂ ਜਦੋਂ ਇਹ ਅੱਖੀਂ ਵੇਖਿਆ ਨਾ, ਇੱਕ ਹੋਰ ਘਟਨਾ ਦੱਸਣ ਲੱਗਾ ਹੈ। ਇੱਕ ਬੱਚਾ ਸਾਲ ਦਾ ਨਹੀਂ ਹੋਏਗਾ, 7-8 ਮਹੀਨੇ, 9 ਮਹੀਨੇ, 10 ਇੰਨਾ ਕੁ ਹੋਏਗਾ, ਉਹਦੀ ਮਾਂ ਮਰੀ ਪਈ ਆ ਜਿੱਥੇ ਮੈਂ ਦੱਸਿਆ ਨਾ। ਬੱਚੇ ਨੂੰ ਕੋਈ ਪਤਾ ਨਹੀਂ, ਉਹ ਕਦੇ ਉੱਪਰ ਕਦੇ ਥੱਲੇ, ਕਦੇ ਉਹ ਆਪਣੇ ਮਾਤਾ ਦੇ ਦੁੱਧ ਵਾਲੇ ਪਾਸੇ ਨੂੰ ਜਾਂਦਾ, ਅਤੇ ਉਹ ਪਹਿਲਾਂ ਫਿਰ ਕਦੇ ਉੱਥੋਂ ਹੁੰਦਾ, ਫਿਰ ਉਹ ਮਾਂ ਨੇ ਕੱਪੜੇ ਪਾਏ ਨੇ, ਕੋਸ਼ਿਸ਼ ਕਰਦਾ ਨਹੀਂ, ਫਿਰ ਉਹ ਬੱਚਾ ਇੱਧਰ ਉੱਧਰ ਹੁੰਦਾ। ਉੱਧਰੋਂ ਜਿਹੜੇ 2 ਸਿਪਾਹੀ ਜਿਹੜੇ ਸੀ ਫੌਜੀ, ਉਹਨਾਂ ਨੇ ਇੱਕ ਨੇ ਬੱਚੇ ਨੂੰ ਐ ਫੜਿਆ ਅਤੇ ਦੂਜੇ ਨੇ ਬਰਸ਼ਟ ਮਾਰਿਆ ਥੱਲੇ ਵਾਲੇ ਪਾਸਿਓਂ ਨਾ, ਅਤੇ ਉਹਦਾ ਜਿਹੜਾ ਲੱਤਾਂ ਦੀਆਂ ਉਤਲਾ ਧਾੜ ਸੀ ਇੰਨਾ ਕੁ ਰਹਿ ਗਿਆ, ਥੱਲੇ ਵਾਲਾ ਸਾਰਾ ਥੱਲੇ ਉਡਾ ਹੀ ਦਿੱਤਾ ਉਹਨੇ, ਉਹ ਟੈਂਕੀ ਦੇ ਕੋਲ ਹੀ। ਬਹੁਤ ਜ਼ਿਆਦਾ ਉਹ ਜਿਵੇਂ ਫਿਰ ਉਹ ਆਪਾਂ ਦੇਖਦੇ ਹਾਂ ਨਾ, ਸੁਣਦੇ ਸਾਂ ਵੀ ਇਹ ਸੁੱਟੇ ਉੱਤੇ ਅਤੇ ਫਿਰ ਮੁੜ ਕੇ ਨੇਜਾ ਕੀਤਾ ਅਤੇ ਜਾਂ ਇਸ ਤਰ੍ਹਾਂ। ਬੇਟਾ ਹੁਣ ਤਾਂ ਥੋੜ੍ਹਾ ਜਿਹਾ ਹੋ ਗਿਆ, ਪਹਿਲਾਂ ਮੈਂ 8-10 ਸਾਲ ਸੁਣਾ ਹੀ ਨਹੀਂ ਸਕਿਆ ਗੱਲ ਕੋਈ। ਹੁਣ ਥੋੜ੍ਹਾ ਮਨ ਪੱਕਾ ਜਿਹਾ ਹੋ ਗਿਆ, ਪਹਿਲਾਂ ਸੁਣਾਈ ਨਹੀਂ ਸੀ ਜਾਂਦੀ ਗੱਲ, ਜਦੋਂ ਸੀਨ ਅੱਖਾਂ ਅੱਗੇ ਆ ਜਾਂਦਾ ਸੀ ਨਾ। ਉਹ ਫੌਜੀ ਸੀ, ਉਹ ਐਡੇ ਬੇਦਰਦ ਵੀ ਹੋ ਸਕਦੇ ਨੇ। ਚਲੋ ਮੈਂ ਮੰਨਿਆ ਕਿ ਸਰਕਾਰ ਦਾ ਹੁਕਮ ਸੀ ਉਹਨਾਂ ਨੂੰ ਕਿ ਤੁਸੀਂ ਅੰਦਰੋਂ ਸੰਤ ਜੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਉਣਾ, ਪਰ ਉਹਨਾਂ ਨੂੰ ਇਹ ਕਿ ਇੱਕ ਬੱਚਾ ਕੀ ਅੱਤਵਾਦੀ ਕੀ ਦਿਖਿਆ ਉਹਨਾਂ ਨੂੰ ਉੱਥੇ? ਬੇਟੇ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਚੰਡੀ ਦੀ ਵਾਰ ਉਚਾਰਨ ਕੀਤੀ ਆ। ਪਹਿਲੀ ਜਿਹੜੀ ਪੌੜੀ ਆ ਨਾ, ਉਹਦੀ ਆਪਾਂ ਅਰਦਾਸ ਕਰਦੇ ਆ, ਅਤੇ ਦੂਜੀ ਪੌੜੀ ਜਿਹੜੀ ਆ ਨਾ, ਉਹ ਆਉਂਦੀ ਹੈ, ਪ੍ਰਥਮੇ ਖੰਡਾ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਸਿਰਜੇ ਦਾਨੋ ਦੇਵਤੇ ਤਨ ਅੰਦਰ ਬਾਦ ਰਚਾਇਆ। ਪਰਮਾਤਮਾ ਨੇ ਜਦੋਂ ਦੀ ਸ੍ਰਿਸ਼ਟੀ ਰਚੀ ਹੈ ਨਾ, ਉਦੋਂ ਤੋਂ ਲੈ ਕੇ ਹੀ ਦੇਵਤੇ ਅਤੇ ਦੈਂਤ 2 ਬਿਰਤੀਆਂ ਰਚੀਆਂ ਹੋਈਆਂ ਨੇ। ਜਦੋਂ ਬੰਦੇ ਦੇ ਦਿਮਾਗ ਉੱਤੇ ਦੈਂਤ ਬਿਰਤੀ ਹਾਵੀ ਹੋ ਜਾਂਦੀ ਹੈ ਨਾ, ਫਿਰ ਉਹਨੂੰ ਕੁਝ ਨਹੀਂ ਪਤਾ ਲੱਗਦਾ। ਇਹ ਫਿਰ ਉਸ ਸਮੇਂ ਇਹ ਜਿਹੜੇ ਜ਼ੁਲਮ ਕਰਨ ਲੱਗੇ, ਫਿਰ ਕੁਝ ਨਹੀਂ ਸੋਚਦੇ। ਬਹੁਤ ਵੱਡੇ ਵੱਡੇ ਹੁਣ ਕਈ ਖੁਲਾਸੇ ਹੋ ਰਹੇ ਨੇ ਵੀ ਕਿਵੇਂ ਕਿਵੇਂ ਤਸ਼ੱਦਦ। ਇਹ ਸਾਡੇ ਨਾਲ ਜੇਲ੍ਹ ਵਿੱਚੋਂ ਗੱਲ 'ਚੋਂ ਗੱਲ ਨਿਕਲ ਗਈ। ਸਾਡਾ ਇੱਕ ਡਾਲੇ ਪਿੰਡ ਦਾ ਜੋ ਜੇਲ੍ਹ 'ਚ ਰਿਹਾ, ਚਮਕੌਰ ਸਿੰਘ, ਉਹ ਪੰਜਾਬ ਪੁਲਿਸ ਵਾਲਿਆਂ ਨੇ ਕਿਸੇ ਨੇ ਫੜ ਕੇ, ਉਹਦਾ ਬੱਚਾ ਸੀ ਮੇਰੇ ਖਿਆਲ 1.5 ਸਾਲ ਦਾ ਸੀ, ਲੁਧਿਆਣੇ ਬੱਸ ਸਟੈਂਡ 'ਤੇ, ਅਤੇ ਉਹਨੂੰ ਫੜਨਾ ਸੀ, ਫੜ ਕੇ ਉਹਦਾ ਬੱਚਾ ਕੰਧ 'ਚ ਮਾਰ ਦਿੱਤਾ ਸੀ। ਉਹਨੂੰ ਵੀ ਮਾਰਤਾ, ਉਹਦੇ ਘਰ ਵਾਲੀ ਨੂੰ ਮਾਰਤਾ ਮੁੜ ਕੇ, ਅਤੇ ਉਹਦਾ ਬੱਚਾ ਵੀ ਮਾਰਤਾ, ਹੈ ਨਾ। ਬੜੇ ਇਹ ਉਦੋਂ ਜਦੋਂ ਇਹੋ ਜਿਹੇ ਦਿਮਾਗ 'ਤੇ ਜਿਹੜੇ ਇਹ ਚੀਜ਼ ਹੋ ਜਾਂਦੀ, ਫਿਰ ਦੈਂਤ ਬਣ ਜਾਂਦੇ, ਫਿਰ ਨਹੀਂ ਕੁਝ ਵੇਖਦੇ। ਉਦੋਂ ਇਹ ਦੇਖਿਆ। ਇੱਕ ਹੋਰ ਘਟਨਾ ਤਾਂ ਬਹੁਤ ਨੇ ਬੇਟਾ, ਪਰ ਜਿਵੇਂ ਇੱਕ ਹੋਰ ਹੈ ਨਾ ਜਿਹੜੀ ਆਮ ਮੈਨੂੰ ਜ਼ਿਆਦਾ ਟੁੰਬਦੀਆਂ ਨੇ, ਉਹਨਾਂ ਵਿੱਚੋਂ ਇੱਕ 10-12 ਸਾਲ ਦੇ ਬੱਚੇ, ਉਹ 10 ਦਾ, ਉਹ 12 ਦਾ, ਉਹ 8-9, 10-12 ਇੰਨੇ ਕੁ ਸਾਲ ਦੇ ਨਾ, ਛੋਟੇ ਛੋਟੇ ਬੜੇ ਸੁਨੱਖੇ ਬੱਚੇ, ਅਤੇ ਉਹਨਾਂ ਨੇ ਬਨੈਣਾ ਪਾਈਆਂ ਚਿੱਟੇ ਰੰਗ ਦੀਆਂ, ਕੱਛੇ ਪਾਏ ਚਿੱਟੇ ਰੰਗ ਦੇ, ਸਿਰ 'ਤੇ ਚਿੱਟੇ ਰੰਗ ਦੇ ਜੂੜੇ ਅਤੇ ਉੱਤੇ ਰੁਮਾਲ ਪਾਏ ਹੋਏ, ਅਤੇ ਉਹ ਨਾ ਰੋ ਰਹੇ ਨੇ, ਮੰਮੀ ਪਾਪਾ ਕਰ ਰਹੇ ਨੇ। ਅਤੇ ਉੱਧਰੋਂ ਜਿਹੜਾ ਇੱਕ ਫੌਜੀ ਕਹਿੰਦੇ ਤੁਹਾਡੇ ਉੱਧਰ ਮੰਮੀ ਪਾਪਾ ਉੱਧਰ ਨੇ, ਜਿਹੜੇ ਸਰਾਂ 'ਚ ਗੁਰੂ ਰਾਮਦਾਸ ਸਰਾਂ ਵਾਲੇ ਵੜੀ ਦਾ ਨਾ, ਕਹਿੰਦੇ ਉੱਧਰ ਨੇ। ਜਦੋਂ ਬੱਚੇ ਉੱਧਰ ਨੂੰ ਗਏ ਹੀ ਨੇ, ਮਾੜੇ ਜਿਹੇ ਮੁੜੇ ਉੱਧਰ ਨੂੰ ਹੋਏ ਹੀ ਨੇ, ਪਿੱਠ ਕੀਤੀ ਹੈ, ਅਤੇ ਦੋਨਾਂ ਦੇ ਮਾਰ ਕੇ ਬਰਸ਼ਟ 'ਤੇ ਉਹ ਬੱਚੇ ਵੀ ਢੇਰੀ ਕਰਤੇ ਉੱਥੇ। ਅਤੇ ਬੇਟਾ ਉੱਥੇ ਬਾਅਦ ਵਿੱਚ ਚਲੋ ਹੁਣ ਕਿਉਂ ਦਿਲ ਕਰਨਾ ਪੈਂਦਾ, ਕਰੜੇ ਦਿਲ ਨਾਲ ਸੁਣਾਉਣੀ ਪੈਂਦੀ ਗੱਲ। ਹੁਣ ਫਿਰ ਬਾਅਦ ਅਸੀਂ ਉਹ ਬੈਠੇ ਸਾਂ, ਸਾਹਮਣੇ ਬੈਠੇ ਰਹੇ। ਫਿਰ ਉਹ ਪਹਿਲਾਂ ਇੱਕ ਹਰਪਾਨ ਸਿੰਘ ਸਕੱਤਰ ਆਇਆ,
ਉਹ ਵਿਚਾਰਾ ਸ਼੍ਰੋਮਣੀ ਕਮੇਟੀ ਦਾ ਸਕੱਤਰ ਸੀ। ਉਹਦੀ ਵੀ ਉਹਨੇ ਪੱਗ ਬੰਨੀ, ਪੱਗ ਪੁੱਗ ਲਵਾ ਕੇ ਸੁੱਟਤੀ ਉਹਦੀ ਵੀ। ਫਿਰ ਉਹ ਚੱਲ ਗਿਆ ਦਫ਼ਤਰ ਅੰਦਰ ਨਾ, ਸਮੁੰਦਰੀ ਹਾਲ ਵਾਲੇ ਪਾਸੇ ਨੂੰ ਨਾ, ਗੁਰੂ ਰਾਮਦਾਸ ਸਰਾਂ ਕੋਲੋਂ ਨਾ ਇੱਕ ਕੰਧ ਪਾੜੀ ਹੋਈ ਸੀ ਸਮੁੰਦਰੀ ਹਾਲ ਨਾਨਕ ਨਿਵਾਸ ਵੱਲ ਨੂੰ ਨਾ, ਵੀ ਇੱਧਰੋਂ ਨਾ ਜਾਣਾ ਪਏ ਬਾਹਰ ਬਾਹਰ, ਵੀ ਅੰਦਰ ਅੰਦਰ ਹੀ ਜਾਣ ਦਾ ਬਣਾ ਲਿਆ ਸੀ। ਤੇ ਉਧਰੋਂ ਫਿਰ ਰਾਮੂ ਵਾਲੀਆ ਆਇਆ, ਬਲਵੰਤ ਸਿੰਘ ਰਾਮੂ ਵਾਲੀਆ, ਤੇ ਇਹ ਉਸ ਤਰ੍ਹਾਂ ਤਿਆਰ ਬਰ ਤਿਆਰ ਪੱਗ ਪੁੱਗ ਬੰਨੀ ਸੀ, ਵਧੀਆ ਸੀ। ਇਹਨੇ ਆ ਕੇ ਸਾਨੂੰ ਫਿਰ ਸੰਬੋਧਨ ਹੋਇਆ ਉੱਥੇ ਆ ਕੇ, ਅਸੀਂ ਬੈਠੇ ਸਾਂ। ਕਹਿੰਦਾ ਵੀ ਤੁਸੀਂ ਇਸ ਟਾਈਮ ਕਿਸੇ ਨੇ ਕੁਝ ਨਹੀਂ ਕਰਨਾ, ਆਰਾਮ ਨਾਲ ਬੈਠੇ, ਵਿੱਚ ਬੀਬੀਆਂ ਬੱਚੇ ਜਵਾਨ ਬਜ਼ੁਰਗ ਸਾਰੇ ਸੀ। ਤੁਸੀਂ ਹੁਣ ਫੌਜ ਦੀ ਕਸਟਡੀ 'ਚੋਂ, ਤੁਸੀਂ ਇੰਜ ਮਹਿਫੂਜ਼ ਹੋ ਜਿਵੇਂ ਗਿਰੀ ਹੁੰਦੀ ਹੈ ਬਦਾਮ ਦੀ ਨਾ, ਉਹ ਬਦਾਮ ਦੇ ਕਵਰ ਵਿੱਚ, ਵੀ ਤੁਸੀਂ ਇੰਜ ਆ। ਹੁਣ ਤੁਹਾਨੂੰ ਬਾਹਰ ਲਿਜਾ ਕੇ ਛੱਡ ਦਿੱਤਾ ਜਾਏਗਾ, ਵੀ ਕਿਸੇ ਨੂੰ ਕੁਝ ਨਹੀਂ ਕਰਨਾ। ਸਾਨੂੰ ਫਿਰ ਉੱਥੋਂ ਕੱਢ ਕੇ ਬਾਹਰਲੇ ਪਾਸੇ ਨਾਲ ਹੀ ਬਰਾਂਡਾ ਸੀ, ਜਿੱਥੇ ਸ਼ਹੀਦ ਭਾਈ ਫੌਜਾ ਸਿੰਘ ਦੀ ਸਿੰਘਣੀ ਉਹਦਾ ਕਮਰਾ ਸੀ, ਉਸ ਪਾਸੇ ਲੈਂਦਾ। ਫਿਰ ਜਿਹੜੇ ਸਮੁੰਦਰੀ ਵਾਲਿਆਂ ਨੂੰ ਕੱਢ ਕੇ ਜਿੱਥੇ ਅਸੀਂ ਬੈਠੇ ਸੀ ਉਹਨਾਂ ਨੂੰ ਉੱਥੇ ਬਿਠਾਇਆ। ਫਿਰ ਉੱਥੋਂ ਸਾਨੂੰ ਇਹ ਫੜ ਕੇ ਲੈ ਕੇ ਗਏ ਨੇ। ਪਰ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਤਾਂ ਨਹੀਂ ਹੋਇਆ? ਬੇਟੇ ਪਾਣੀ ਦਾ ਵੀ, ਪ੍ਰਸ਼ਾਦੇ ਦਾ ਤਾਂ ਛੱਡੋ, ਪਾਣੀ ਦਾ ਵੀ ਹੈ ਨਹੀਂ ਸੀ। ਜਿਵੇਂ ਦੱਸਿਆ ਨਾ, ਜਿਹੜੀ ਟੈਂਕੀ ਫਟੀ ਆ ਉਹ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਵਾਲੀ ਟੈਂਕੀ ਫਟੀ ਸੀ। ਉਹਦਾ ਫਿਰ ਜਿਹੜਾ ਪਾਣੀ ਪੂਣੀ ਖਿਲ ਰਿਹਾ ਸੀ ਨਾਲੀਆਂ ਨੂਲੀਆਂ 'ਚ, ਕਿਸੇ ਦਾ ਕੋਈ ਰੁਮਾਲ ਗਿੱਲਾ ਕਰਕੇ ਕਿਸੇ ਨੇ ਉਹਨੂੰ ਨਿਚੋੜ ਲੈਣਾ, ਕਿਸੇ ਨੇ ਪੁਣ ਲੈਣਾ, ਕਿਸ ਤਰ੍ਹਾਂ ਮਾੜਾ ਮੋਟਾ, ਵੀ ਉਹੀ ਉਹਨਾਂ ਨੇ ਨਿਚੋੜ ਨਚਾੜ ਕੇ ਪੀਤਾ। ਉੱਦਾਂ ਤਾਂ ਕੁਛ ਨਹੀਂ ਸੀ ਹੈਗਾ। ਅਤੇ ਫਿਰ ਬਾਅਦ ਵਿੱਚ ਉਦੋਂ ਮੇਰੇ ਖਿਆਲ ਸ਼ਾਇਦ ਉਹਨਾਂ ਦਾ ਨਾਮ ਮੈਨੂੰ ਵਿਸਰ ਗਿਆ, ਸ਼ਾਇਦ ਉਹ ਪੁਲਿਸ ਵਾਲੇ ਸੀ। ਫਿਰ ਉਹ ਉਦੋਂ ਪਾਣੀ ਲੈ ਕੇ ਆਏ ਨੇ ਬਾਅਦ 'ਚ ਨਾ, 6 ਤਰੀਕ ਦੀ ਸ਼ਾਮ ਨੂੰ, ਕਾਫੀ ਲੇਟ। ਫਿਰ ਉਹ ਪਾਣੀ ਲੈ ਕੇ ਆਏ ਨੇ, ਉਹਨਾਂ ਥੋੜ੍ਹਾ ਜਿਵੇਂ ਸਾਨੂੰ ਪਾਣੀ ਪਿਲਾਇਆ ਉੱਥੇ। ਉਸ ਤੋਂ ਬਾਅਦ 'ਚ ਫਿਰ ਸਾਨੂੰ ਇਹ ਇੱਥੋਂ ਫੜ ਕੇ ਬੱਸਾਂ 'ਚ ਬਿਠਾ ਲਿਆ। ਬੱਸਾਂ 'ਚ ਬਿਠਾ ਕੇ ਤੇ ਲਿਜਾ ਕੇ ਸਾਨੂੰ ਉੱਥੇ ਮਿਲਟਰੀ ਏਰੀਏ 'ਚ ਬੰਨ੍ਹ ਕੇ, ਬਸਤਰ ਤੇ ਸਾਰੇ ਲਾਏ ਸੀ, ਸਿਰਫ ਕਛਹਿਰੇ ਪਾਏ ਸੀ, ਅਤੇ ਸੁੱਟ ਦਿੱਤਾ ਸਾਨੂੰ ਉਹਨਾਂ ਨੇ ਉੱਥੇ ਫਰਸ਼ਾਂ 'ਤੇ ਲਿਜਾ ਕੇ। ਅਤੇ 6 ਦੀ ਰਾਤ, 7 ਦਾ ਦਿਨ, 7 ਦੀ ਰਾਤ, 8 ਦਾ ਦਿਨ, 8 ਦੀ ਰਾਤ, 9, 10 ਤਰੀਕ ਤੱਕ ਇੱਦਾਂ ਹੀ ਨਾ ਉਹ ਫਰਸ਼ 'ਤੇ ਪਏ ਰਹੇ। ਪਿਆ ਇਹੋ ਜਿਹਾ ਵੀ ਸਾਡਾ ਮਾਸ ਸੜ ਕੇ ਮੁਸ਼ਕ ਆਉਣ ਲੱਗ ਪਿਆ ਸੀ। ਉਹ ਜੇ ਮਾੜਾ ਜਿਹਾ ਹਿਲਦੇ ਸਾਂ, ਜ਼ਿਆਦਾ ਗਰਮੀ ਸੀ ਅਤੇ ਹੋਰ ਸੜਦਾ ਸੀ। ਉਸ ਤਰ੍ਹਾਂ ਹੀ ਪਏ ਰਹੇ। ਫਿਰ ਉੱਥੇ ਕਿਸੇ ਨੇ ਪਾਣੀ ਮੰਗਿਆ, ਮੂੰਹ 'ਚ ਗੋਲੀਆਂ ਮਾਰੀਆਂ ਇਹਨਾਂ ਨੇ, ਕਈ ਸਿੰਘ ਸ਼ਹੀਦ ਹੋਏ ਉੱਥੇ। ਫਿਰ ਸਾਨੂੰ ਉਸ ਤੋਂ ਬਾਅਦ 'ਚ ਲੈ ਗਏ ਇੱਕ ਸਕੂਲ ਜਿਹੇ 'ਚ, ਉੱਥੇ ਲਿਜਾ ਕੇ ਸਾਨੂੰ ਕਿਤੇ ਇੱਕ ਪੂੜੀ ਅਤੇ ਮਾੜੇ ਛੋਲੇ ਜਿਹੇ ਇਹਨਾਂ ਨੇ ਦਿੱਤੇ ਆ। ਅਤੇ ਉਹ ਵੀ ਇਹਨਾਂ ਨੇ ਉੱਥੇ ਜਦੋਂ ਕਮਰਿਆਂ 'ਚ ਬੰਦ ਕੀਤਾ, ਜਦੋਂ ਬੰਦੇ ਨੇ ਆ ਜਾਓ ਵੀ ਲੈਣ ਆਉਣਾ, ਫੜਾ ਕੇ ਅਤੇ ਮਗਰ ਕੁੱਤਾ ਛੱਡ ਦੇਣਾ। ਫਿਰ ਬੰਦੇ ਨੇ ਭੱਜਣ, ਕਿਸੇ ਕੋਲ ਡਿੱਗ ਪੈਣਾ, ਕਿਸੇ ਨੇ ਅੰਦਰ ਲੈ ਵੜਨਾ, ਕਿਸੇ ਨੇ ਕਾਫੀ ਉੱਥੇ ਵੀ। ਅਤੇ ਉਹ ਸਾਨੂੰ ਸਕੂਲ 'ਚ, ਉਸ ਤੋਂ ਬਾਅਦ 'ਚ ਫਿਰ ਸਾਨੂੰ ਲੈ ਗਏ ਇੱਕ ਹੋਰ ਕੈਂਪ ਬਣਿਆ ਸੀ, ਪਰ ਉਹ ਜਿਹੜਾ ਅਸਲੇ ਦਾ ਤਹਿਖਾਨਾ ਹੁੰਦਾ ਨਾ, ਉਹਦੇ ਵਿੱਚ ਇਹਨਾਂ ਨੇ ਬਣਾਇਆ ਸੀ ਕੈਂਪ। ਫਿਰ ਉੱਥੇ ਸਾਨੂੰ ਲੈ ਕੇ ਗਏ। ਫਿਰ ਉੱਥੇ ਸਾਨੂੰ ਕੁਝ ਸਮਾਂ ਰੱਖਿਆ। ਉੱਥੇ ਵੀ ਉਹਨਾਂ ਨੇ ਬਹੁਤ ਤਸ਼ੱਦਦ ਕੀਤਾ। ਇੱਕ ਦਿਨ ਨਾ ਰਾਤ ਨੂੰ ਰਹਿਰਾਸ ਸਾਹਿਬ ਦਾ ਪਾਠ ਕਰੀ ਜਾਈਏ, ਮੈਂ ਪਾਠ ਕਰ ਰਿਹਾ ਸਾਂ, ਸਿੰਘ ਬੈਠੇ ਸੁਣ ਰਹੇ ਸਨ। ਮਿਲਟਰੀ ਕੈਂਪ ਦੀ। ਪਹਿਲਾਂ ਹੁਣ ਤੀਜੇ ਥਾਂ ਲਗਾਏ, ਪਹਿਲਾਂ ਤਾਂ ਬਾਹਰ ਬੰਨੀ ਰੱਖਿਆ, ਸੁੱਟੀ ਰੱਖਿਆ, ਫਿਰ ਇੱਕ ਸਕੂਲ ਜਿਹੇ 'ਚ ਰੱਖਿਆ, ਫਿਰ ਇੱਕ ਕੁਝ ਬੰਦਿਆਂ ਨੂੰ ਉੱਥੋਂ ਕਿਸੇ ਨੂੰ ਅੰਮ੍ਰਿਤਸਰ ਲਿਜਾ ਰਹੇ ਸੀ, ਕਿਸੇ ਨੂੰ ਨਾਭਾ ਲਿਜਾ ਰਹੇ ਸੀ। ਜਿਉਂ ਘਟਦੇ ਗਏ ਤਿਉਂ ਤਿਉਂ ਕੈਂਪ ਘੱਟ ਕਰਦੇ ਗਏ। ਫਿਰ ਉਹ ਕੈਂਪ 'ਚ ਸਾਨੂੰ ਲੈ ਗਏ, ਜਿਹੜਾ ਥੱਲੇ ਥੋੜ੍ਹਾ ਜਿਹਾ ਤਹਿਖਾਨਾ ਅਸਲਾ ਸੁਲਾ ਰੱਖਦੇ ਜਿੱਥੇ ਨਾ, ਉੱਥੇ। ਉਹ ਜਦ ਉੱਥੇ ਰੱਖਿਆ, ਉਹਨੇ ਪਤਾ ਕਿਵੇਂ ਸੀ, ਦਰਵਾਜ਼ਾ ਜਿਹੜਾ ਸੀ ਨਾ, ਐਂ ਜਿਵੇਂ 6 ਫੁੱਟ ਦਾ ਦਰਵਾਜ਼ਾ, 2-2 ਫੁੱਟ 'ਤੇ ਨਾ ਇੰਨੀ ਚੌੜੀਆਂ ਉਹਨਾਂ ਨੇ ਫੱਟੀਆਂ ਲਾਈਆਂ ਸੀ, ਅਤੇ ਉਹਨਾਂ ਵਿੱਚ ਥੱਲੇ ਤੋਂ ਉਤਲੇ ਪਾਸੇ ਕਿੱਲ ਲਾਏ ਸੀ ਤਿੱਖੇ ਕਰਕੇ, ਵੀ ਆਪਾਂ ਬਹਿ ਕੇ ਵੀ ਨਹੀਂ ਲੰਘ ਸਕਦੇ, ਖੜ੍ਹ ਕੇ ਵੀ ਨਹੀਂ ਅੰਦਰ ਬਾਹਰ ਨਿਕਲ ਸਕਦੇ, ਲੰਮੇ ਪੈ ਕੇ ਨਿਕਲਣਾ ਪੈਂਦਾ ਸੀ। ਜੇ ਮਾੜੇ ਜਿਹਾ ਖੜ੍ਹਦੇ ਸੀ ਅਤੇ ਥੱਲੇ ਵਾਲੇ ਪਾਸੇ ਨੂੰ ਕਿੱਲ ਸੀ, ਉਹ ਕਿੱਲ ਲੱਗਦੇ ਸੀ, ਅਤੇ ਲੰਮੇ ਪੈ ਕੇ ਨਿਕਲਣਾ ਪੈਂਦਾ ਸੀ ਦਰਵਾਜ਼ੇ 'ਚੋਂ। ਇੰਨਾ ਜਾਣੀ ਉਹਨਾਂ ਨੇ ਇੱਦਾਂ ਲਾ ਕੇ, ਸਮਝ ਗਏ ਨਾ, ਐ ਫੱਟੀਆਂ ਲਾ ਕੇ ਨਾ, ਅਤੇ ਉਹਨਾਂ ਨੇ ਪੋਰਸ਼ਨ ਬਣਾਏ ਸੀ। ਫਿਰ ਉਹ ਸਿੰਘ ਸਾਰੇ ਬਾਹਰ ਨਿਕਲ ਗਏ। ਮੈਂ ਰਹਿਰਾਸ ਦਾ ਪਾਠ ਕਰਕੇ ਫਿਰ ਅਰਦਾਸ ਕੀਤੀ। ਉਹ ਆਵਾਜ਼ਾਂ ਮਾਰੇ, ਮੈਂ ਕਿਹਾ ਵੀ ਹੁਣ ਅਰਦਾਸ ਛੱਡ ਕੇ ਤੇ ਆ ਨਹੀਂ ਸਕਦੇ। ਜਦੋਂ ਅਸੀਂ ਅਰਦਾਸ ਕਰਕੇ, ਇੱਕ ਮੈਂ ਅਤੇ ਬਾਕੀ ਦੇ ਸਿੰਘ ਆ ਗਏ ਬਾਹਰ, ਮੈਂ ਅਤੇ ਇੱਕ ਇੱਥੇ ਬਾਬਾ ਹਰਚੰਦ ਸਿੰਘ ਜੀ, ਰਾਮਗੜ੍ਹ ਨਾਭੇ ਦੇ ਕੋਲ ਪਿੰਡ ਹੈ, ਉੱਥੇ ਚੜ੍ਹਾਈ ਕਰ ਗਿਆ।
ਉਹ ਖੜਾ ਰਿਹਾ ਅਰਦਾਸ 'ਚ, ਮੈਂ ਕਰਦਾ ਰਿਹਾ। ਜਦੋਂ ਕਰਕੇ ਫਿਰ ਅਰਦਾਸ ਅਸੀਂ ਵੀ ਬਾਹਰ ਆ ਗਏ। ਜਿਹੜੇ ਬਾਹਰ ਸਿੰਘ ਸੀ ਉਹਨਾਂ ਨੂੰ ਅੰਦਰ ਕਰਤਾ, ਸਾਨੂੰ ਫਿਰ ਰੱਖਿਆ ਬਾਹਰ ਹੀ। ਬਹੁਤ ਉੱਥੇ ਤਸ਼ੱਦਦ ਕੀਤਾ, ਬੜਾ ਕੁੱਟਿਆ ਇਹਨਾਂ। ऐसे करके ऐसे करके भी तो कहते दादागिरी करते हैं। हमने बोला आप आए क्यों नहीं हमारे कहने पे। बहुत कुटिया। फिर मेरी एक पसली तोड़ती उत्थे, हाले भी उदा ही आ, तो जुड़ी टेढ़ी जी जुड़ी हैगी आ, तो काफ़ी एक मेरी बांह भी उत्थे खड़ गई सी। बाद च चलो ठीक हो गई, टीके टूके लगे। काफ़ी उन्होंने उत्थे तशद्दद किया। तो उस तो बाद फिर सानू ये नाभे जेल च लियाए। नाभे जेल च भी इत्थे लेके किद्दां जांदे तुहानू? बाई बसां स्पैशल ला के ना, ते गार्ड अगे पिछे गड्डियां फौज दियां, ते राह खाली करा के फिर वो सानू उत्थे नाभे लियाए। नाभे भी इत्थे भी काफ़ी तशद्दद किया इन्हां ने। जिवें रात नूं कढ के जेल चों लड्डा कोठी हैगी सी, कढ नहीं सकते कानून मुताबक, पर रात नूं कढ के लै जाना। उत्थे जाके कदे 10 कदे 15 कदे 5-10 ਸਿੰਘਾਂ ਨੂੰ लिजा के ते उत्थे काफ़ी टॉर्चर किया, बहुत ज़्यादा तशद्दद किया। उत्थे भी रात नूं कुट के एक हैगे अंदर स्विमिंग पूल जिहा बनिया सी, ਉਹਦੇ ਵਿੱਚ ਕੁੱਟਣਾ ਪਹਿਲਾਂ ਬਹੁਤ ਜ਼ਿਆਦਾ, ਫਿਰ ਉਹਦੇ ਵਿੱਚ ਮਾਰਨਾ ਚੁੱਕ ਕੇ ਠੰਡੇ ਪਾਣੀ 'ਚ। ਐਡੇ ਬੇਦਰਦ ਸੀ ਕਿ ਪਹਿਲਾਂ ਤੁਸੀਂ ਕਿੰਨਾ ਕੁਝ ਹੰਢਾ ਰਹੇ ਹੋ, ਤੁਹਾਡੇ ਕੋਲ ਕੋਈ ਹਥਿਆਰ ਨਹੀਂ ਹੈ, ਤਨ ਤੇ ਕੱਪੜੇ ਨਹੀਂ ਹੈ, ਤੇ ਇਹ ਕੀ ਕਰ ਲੈਣਗੇ ਜੇ ਭੱਜ ਜਾਣਗੇ? ਤੁਸੀਂ ਜੇਲ੍ਹ 'ਚ ਤਾਂ ਪਹਿਲਾਂ ਹੀ ਬੰਦ ਕਰਤਾ, ਪਹਿਲਾਂ ਇੰਨਾ ਭੁੱਖੇ ਭਾਣੇ ਰੱਖਿਆ, ਤਾਂ ਫਿਰ ਕੁੱਟਣ ਦਾ ਕੀ ਸਬੱਬ ਸੀਗਾ? ਇਹ ਜਿਹੜਾ ਲੱਡਾ ਕੋਠੀ ਕੀਤਾ ਸੀ ਨਾ, ਬਾਅਦ 'ਚੋਂ ਫੜੇ ਵੀ ਗਏ, ਉਹ ਤਾਂ ਰੇਡ ਵੀ ਕਰਾਈ। ਸਰਦਾਰ ਹਰਬੰਸ ਸਿੰਘ ਘੁੰਮਣ ਬਹੁਤ ਪੁਰਾਣੇ MLA ਹੋਏ, ਬਹੁਤ ਬਜ਼ੁਰਗ ਸੀ, ਅਤੇ ਉਹਨਾਂ ਦੇ ਬੇਟੇ ਵੀ ਸਾਡੇ ਨਾਲ 2 ਸੀ, ਰਣਧੀਰ ਸਿੰਘ ਅਤੇ ਜਸਵੀਰ ਸਿੰਘ ਘੁੰਮਣ। ਉਹਨਾਂ ਦੇ ਪਿਤਾ ਨੇ ਉਹ ਰੇਡ ਕਰਵਾ ਕੇ ਅਤੇ ਫਿਰ ਉਦੋਂ ਉੱਥੋਂ ਉਹ ਬੰਦ ਕਰਵਾਇਆ। ਨਹੀਂ ਤਾਂ ਬਹੁਤ ਜ਼ਿਆਦਾ ਟਾਰਚਰ ਕੀਤਾ ਉੱਥੇ ਲਿਜਾ ਕੇ। ਫਿਰ ਉਸ ਤੋਂ ਬਾਅਦ ਤੁਸੀਂ ਕਿੱਥੇ ਜਾਂਦੇ? ਫਿਰ ਸਾਨੂੰ ਨਾਭਾ ਜੇਲ੍ਹ 'ਚੋਂ ਸਾਨੂੰ ਫਿਰ ਲੈ ਕੇ ਗਏ ਨੇ ਜੋਧਪੁਰ ਜੇਲ੍ਹ 'ਚ। ਨਾਭਾ ਜੇਲ੍ਹ 'ਚ ਜਦੋਂ ਸਾਨੂੰ ਕੱਢਿਆ ਨਾ, ਸਾਡੇ ਹੱਥ ਕੜੀਆਂ ਪਿੱਛੇ ਨੂੰ ਲਾ ਕੇ, ਬੇੜੀਆਂ ਲਾ ਕੇ, ਲੱਤਾਂ ਨੂੰ ਉੱਤੇ ਕਾਲੇ ਬੁਰਕੇ ਪਾ ਕੇ, ਅਤੇ ਫਿਰ ਸਾਨੂੰ ਜਦੋਂ ਕੱਢਿਆ ਨਾਭੇ 'ਚ ਬੱਸਾਂ 'ਚ ਲੈ ਕੇ ਨਾ, ਆਲੇ ਦੁਆਲੇ ਸੜਕਾਂ, ਆਲੇ ਦੁਆਲੇ ਪੂਰਾ ਕਰਫਿਊ ਲਾ ਕੇ, ਕੋਈ ਸੜਕ 'ਤੇ ਖੇਤਾਂ ਵਿੱਚ ਵੀ ਕੰਮ ਕਰਨੇ ਬੰਦ ਕਰਤੇ ਵੀ, ਕੋਈ ਖੇਤਾਂ 'ਚ ਵੀ ਨਹੀਂ ਕੰਮ ਕਰ ਸਕਦਾ, ਕੋਈ ਛੁਡਾ ਕੇ ਨਾ ਲੈ ਜਾਏ ਇਹਨਾਂ ਨੂੰ। ਫਿਰ ਉੱਥੋਂ ਸਾਨੂੰ ਲਿਆ ਕੇ ਫਿਰ ਇਹਨਾਂ ਨੇ ਇੱਥੇ ਬਾਈ ਏਅਰ ਜਹਾਜ਼ ਸਾਨੂੰ ਇੱਥੇ ਬਿਠਾਇਆ ਪਟਿਆਲੇ ਤੋਂ। ਇੱਥੋਂ ਫਿਰ ਸਾਨੂੰ ਲੈ ਕੇ ਗਏ ਉਹ ਜੋਧਪੁਰ ਜੇਲ੍ਹ 'ਚ। ਉੱਥੇ ਜਾ ਕੇ ਵੀ ਫਿਰ ਇਹਨਾਂ ਨੇ ਕਾਫੀ ਤਸ਼ੱਦਦ ਕੀਤਾ। ਜਦੋਂ ਤੁਸੀਂ ਹਵਾਈ ਜਹਾਜ਼ 'ਚ ਜਾਂਦੇ ਹੋ ਉਦੋਂ ਕੋਈ ਬਾਰੀ ਵੀ ਖੁੱਲਦੀ ਉਹਦੀ, ਤਾਂ ਉਹ ਕੀ ਕਾਰਨ? ਉਹ ਬੇਟਾ ਜਦੋਂ ਸਾਡਾ ਵਾਪਸੀ ਦਾ ਆ, ਜਾਂਦੇ ਤਾਂ ਸਾਨੂੰ ਗਏ ਜਹਾਜ਼ 'ਤੇ ਸੀਟਾਂ ਵਾਲੇ 'ਤੇ ਹੀ। ਜਦੋਂ ਇਹਨਾਂ ਨੇ ਸਾਨੂੰ ਉੱਥੇ ਰਿਹਾ ਕੀਤਾ ਨਾ, ਅਤੇ ਸਾਨੂੰ ਕੱਢ ਕੇ ਤੇ ਕਹਿੰਦੇ ਹੁਣ ਤੁਸੀਂ ਜਾਓ। ਜੇਲ੍ਹ 'ਚ ਕਿੰਨਾ ਸਮਾਂ ਬੰਦ ਰਹਿੰਦੇ ਹੋ? 5 ਸਾਲ। 5 ਸਾਲ? ਪੌਣੇ 5 ਸਾਲ। 5 ਸਾਲ ਬਾਅਦ ਤੁਸੀਂ ਫਿਰ ਰਿਹਾ ਹੁੰਦੇ ਹੋ? ਹਾਂਜੀ। ਉਹ ਰਿਹਾਈ ਕੌਣ ਕਰਵਾਉਂਦਾ? ਸਾਨੂੰ ਤਾਂ ਕੀਤਾ, ਅਮਰੀਕਾ ਦੇ 40 MPਆਂ ਨੇ ਸਾਈਨ ਕਰ ਦਿੱਤੇ ਸੀ ਉੱਥੇ। ਅਮਰੀਕਾ ਜਿਹੜੀ ਉੱਥੇ ਅਸੈਂਬਲੀ ਹੋਏਗੀ, ਕੋਈ ਹੋਏਗਾ ਉਹਨਾਂ ਦਾ ਲੋਕ ਸਭਾ, ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਵੀ ਇੱਕ ਸ਼ਾਂਤੀ ਸਭਾ ਬਣੀ ਹੈ ਵਾਰਡ ਦੀ, ਉਹਦੇ ਵਿੱਚ ਭਾਰਤ ਦੀ ਇੰਦਰਾ ਗਾਂਧੀ ਚੇਅਰਮੈਨ ਵੀ ਰਹੀ ਹੈ, ਵੀ ਤੁਹਾਨੂੰ ਉਹਦੇ ਵਿੱਚੋਂ ਅਸੀਂ ਖਾਰਜ ਕਰ ਦਿਆਂਗੇ ਜੇ ਉਹ ਬੰਦੇ ਨਾ ਛੱਡੇ। ਤੇ ਵੀ 5 ਸਾਲ ਹੋ ਗਏ ਨੇ ਉਹਨਾਂ ਨੂੰ ਉੱਥੇ ਬੰਦ ਕੀਤਿਆਂ, ਜੇ ਨਾ ਛੱਡੇ ਤਾਂ ਅਸੀਂ ਤੁਹਾਡਾ ਉਹ ਖਾਰਜ ਕਰ ਦਿਆਂਗੇ। ਫਿਰ ਉਹਨਾਂ ਨੇ ਮਜਬੂਰੀ ਸਾਨੂੰ ਛੱਡਣਾ ਪਿਆ। ਪਹਿਲਾਂ 40 ਸਿੰਘ ਛੱਡੇ, ਫਿਰ 137 ਛੱਡੇ, ਫਿਰ ਬਾਅਦ 'ਚ ਬਾਕੀ ਸਾਰੇ ਛੱਡੇ। 137 'ਚ ਅਸੀਂ ਆਏ ਸਾਂ। ਉਹ ਸਾਨੂੰ ਛੱਡ ਕੇ ਕਹਿੰਦੇ ਵੀ ਬਾਹਰ ਕੱਢਦਾ, ਜੇ ਜਾਓ। ਅਸੀਂ ਕਿਹਾ ਅਸੀਂ ਤਾਂ ਜਾਂਦੇ ਨਹੀਂ। ਕਹਿੰਦੇ ਜੇ ਤੁਹਾਨੂੰ ਬੱਸੇ ਬਾਹ ਦੇਣੇ। ਅਸੀਂ ਕਿਹਾ ਵੀ ਸਾਰਿਆਂ ਨੇ ਕਿਹਾ ਵੀ ਜਿਵੇਂ ਲੈ ਕੇ ਆਏ ਬਾਈ ਏਅਰ ਹੀ ਜਾਵਾਂਗੇ, ਜੇ ਬਾਈ ਏਅਰ ਲੈ ਕੇ ਆਏ। ਤੇ ਫਿਰ ਉੱਥੇ ਸਾਨੂੰ ਉੱਥੇ ਗੁਰਦੁਆਰਾ ਸਾਹਿਬ 2 ਦਿਨ ਰੱਖਿਆ। ਫਿਰ ਉਹਨਾਂ ਪ੍ਰਬੰਧ ਕੀਤਾ ਜਹਾਜ਼ ਦਾ, ਅਤੇ ਜਹਾਜ਼ ਲਿਆਂਦਾ ਉਹ ਜਿਹੜਾ ਸਮਾਨ ਢੋਣ ਵਾਲਾ, ਉਹ 'ਚ ਲਿਜਾ ਕੇ ਅਤੇ ਜਦੋਂ ਉੱਤੇ ਚੜ੍ਹੇ ਆ, ਉੱਤੇ ਚੜ੍ਹ ਗਏ ਜਹਾਜ਼ 'ਤੇ, ਫਿਰ ਮੁੜ ਕੇ ਉਹਦੀ ਬਾਰੀ ਖੁੱਲ੍ਹ ਗਈ। ਫਿਰ ਸਾਰਿਆਂ ਨੇ ਵੀ ਦੇਖਿਆ ਵੀ ਕਮਾਂਡੋ ਵੀ ਨਾਲ ਸਨ ਸਾਡੇ, ਜਿਹੜੇ ਇਹਨਾਂ ਦੇ ਨਾ ਨਾਲ ਚੜ੍ਹਾਏ ਸੀ, ਕਾਫੀ ਕਮਾਂਡੋ ਸੀ ਸਾਡੇ ਨਾਲ। ਵੀ ਉਹਨਾਂ ਨੂੰ ਉਹ ਅੱਗੇ ਨੂੰ ਜਾਣ ਲੱਗੇ ਕੈਬਨ ਵੱਲ ਨੂੰ, ਅਤੇ ਸਿੰਘਾਂ ਨੇ ਉਹਨਾਂ ਨੂੰ ਵੀ ਨਾਲ ਹੀ ਸਿੰਘ ਚੱਲ ਗਏ ਵੀ ਅੱਗੇ ਪਿੱਛੇ ਨਾ ਜੇ ਉੱਤਰ ਨਾ ਜਾਣ, ਇਹਨਾਂ ਨੂੰ ਫੜ ਲਿਓ। ਅਤੇ ਉਸ ਸਮੇਂ ਫਿਰ ਉਹ ਚਲੋ ਸਾਡੇ ਸਿੰਘਾਂ ਨੇ, ਭਗਵਾਨ ਸਿੰਘ ਹੈਗੇ ਨੇ ਹਾਲੇ, ਜਿਹੜੇ ਮੈਂ ਦੱਸਿਆ ਸਾਡੇ ਨਾਲ ਮੋਰਚੇ ਸੀ ਜਿਹੜਾ, ਅਤੇ ਉਹ ਹੈਗੇ ਨੇ, ਉਹਨਾਂ ਨੇ ਫਿਰ ਰਲ ਮਿਲ ਕੇ ਸਾਰਿਆਂ ਨੇ ਉੱਥੇ ਬਾਰੀ ਬੰਦ ਕੀਤੀ ਜਹਾਜ਼ ਦੀ। ਇੱਕ ਗੋਲ ਜੀ ਬਾਰੀ ਸੀ, ਉਹ ਖੁੱਲ੍ਹ ਗਈ ਕਿਤੇ।
5 ਸਾਲ ਬਾਅਦ ਘਰ 'ਚ ਵਾਪਸੀ ਹੁੰਦੀ ਹੈ, ਤੁਹਾਡੇ ਘਰਦਿਆਂ ਨੂੰ ਪਤਾ ਚੱਲ ਗਿਆ ਸੀ ਕਿ ਤੁਸੀਂ ਉੱਥੇ ਜੇਲ੍ਹਾਂ 'ਚ ਬੰਦ ਹੋ, ਤੁਹਾਡੇ ਉੱਤੇ ਗ੍ਰਿਫਤਾਰੀ ਹੋ ਗਈ ਹੈ, ਜਾਂ ਘਰਦਿਆਂ ਨੂੰ ਨਹੀਂ ਪਤਾ ਸੀਗਾ? ਨਹੀਂ, ਪਹਿਲੇ ਲਗਭਗ ਜਦੋਂ ਜਿੰਨਾ ਚਿਰ ਮਿਲਟਰੀ ਕੈਂਪਾਂ 'ਚ ਰਹੇ ਉਹਨਾਂ ਚਿਰ ਤਾਂ ਲਗਭਗ ਘਰਦਿਆਂ ਨੇ ਭੋਗ ਪਾਤੇ ਸੀ ਵੀ ਹੈ ਨਹੀਂ ਗੇ। ਕਈਆਂ ਦੇ ਪੈ ਗਏ ਸੀ ਵੀ ਉੱਥੇ ਤਾਂ ਹੈ ਹੀ ਨਹੀਂ ਕੁਛ, ਵੀ ਬਚਿਆ ਹੀ ਕੁਛ ਨਹੀਂ ਉੱਥੇ ਤਾਂ, ਤੇ ਉਹ ਘਰਾਂ 'ਚ ਭੋਗ ਪੈ ਗਏ ਸੀ ਵੀ ਉਹ ਤਾਂ ਹੁਣ ਚੜ੍ਹਾਈ ਕਰ ਗਏ ਆ। ਫਿਰ ਜਦੋਂ ਨਾਭੇ ਜੇਲ੍ਹ ਆਏ ਆ ਨਾ, ਉੱਥੋਂ ਫਿਰ ਚਿੱਠੀਆਂ ਚੁੱਠੀਆਂ ਪਾਈਆਂ, ਫਿਰ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ, ਫਿਰ ਆਉਣੇ ਸ਼ੁਰੂ ਹੋਏ ਨੇ। ਨਹੀਂ ਤਾਂ ਪਹਿਲਾਂ ਤਾਂ ਅਸੀਂ ਵੀ ਭੋਗ ਪੈ ਗਿਆ ਵੀ ਮਾਰੇ ਗਏ। ਹਾਂ, ਨਾਭੇ ਜੇਲ੍ਹ 'ਚ। ਫਿਰ ਉਸ ਤੋਂ ਬਾਅਦ ਜਦੋਂ ਘਰ ਆਉਂਦੇ ਹੋ ਉਦੋਂ ਪਰਿਵਾਰ ਨੂੰ ਮਿਲਦੇ ਹੋ, ਫਿਰ ਦਰਬਾਰ ਸਾਹਿਬ ਜਾਂਦੇ ਹੋ? ਹਾਂਜੀ ਹਾਂਜੀ, ਅਸੀਂ ਜਦੋਂ ਸਾਨੂੰ ਇਹਨਾਂ ਨੇ ਛੱਡਿਆ ਨਾ, ਤੇ ਇਹਨੇ ਚੰਡੀਗੜ੍ਹ ਸਾਨੂੰ ਲਿਆ ਕੇ ਲਾਇਆ ਪਹਿਲਾਂ। ਚੰਡੀਗੜ੍ਹ ਤੋਂ ਫਿਰ ਅਸੀਂ ਸਾਰੇ ਜ਼ਿਲ੍ਹੇ ਜਿੱਥੇ ਦੇ ਸੀ ਉਹ ਭੇਜਤੇ। ਮੇਰਾ ਐਡਰੈਸ ਸੀ ਪੌਂਟਾ ਸਾਹਿਬ ਦਾ। ਉਦੋਂ ਮੇਰੀ ਡਿਊਟੀ ਸੰਤਾਂ ਵੱਲੋਂ ਪਹਿਲਾਂ ਪੌਂਟਾ ਸਾਹਿਬ ਲੱਗੀ ਸੀ, ਤੇ ਬਾਬਾ ਠਾਰਾ ਸਿੰਘ ਜਦੋਂ ਗ੍ਰਿਫਤਾਰੀ ਤੋਂ ਪਹਿਲਾਂ ਨਾ ਮੈਂ ਉੱਥੇ ਬਾਬਾ ਅਵਤਾਰ ਸਿੰਘ ਤੇ ਅਸੀਂ ਰਲ ਕੇ ਨਾ ਬੱਚਿਆਂ ਨੂੰ ਪੜ੍ਹਾਉਂਦੇ ਸਾਂ। ਉਹੀ ਬੱਚੇ ਇੱਥੇ ਆਏ ਸੀ ਨਾਲ ਸਾਡੇ। ਮੇਰਾ ਐਡਰੈਸ ਫਿਰ ਉਦੋਂ ਪੌਂਟਾ ਸਾਹਿਬ ਦਾ ਲਿਖਿਆ ਸੀ ਉਹਨਾਂ ਨੇ। ਫਿਰ ਉਹ ਮੈਨੂੰ ਕਹਿੰਦੇ ਪੌਂਟਾ ਸਾਹਿਬ, ਮੈਂ ਕਿਹਾ ਉੱਥੇ ਤਾਂ ਹੈ ਨਹੀਂ, ਦੰਗੇ ਹੋ ਗਏ ਸੀ, ਕੋਈ ਰਿਹਾ ਹੀ ਨਹੀਂ ਉੱਥੇ ਤਾਂ। ਫਿਰ ਉਹ ਜਿਹਨਾਂ ਦਾ ਕੋਈ ਨਹੀਂ ਸੀ ਨਾ ਵਾਲੀ ਵਾਰਸ, ਉਹਨਾਂ ਫਿਰ ਅੰਮ੍ਰਿਤਸਰ ਲੈ ਗਏ ਸੀ। ਅੰਮ੍ਰਿਤਸਰ ਫਿਰ ਉਹ ਸਹੁਰੇ ਮੇਰੇ ਸੀ, ਮੈਂ ਕਿਹਾ ਸਾਨੂੰ ਉੱਥੇ ਲੈ ਜਾਵੇ, ਉੱਥੇ ਉਹ ਹੋ ਸਕਦੇ ਨੇ, ਤੇ ਬਾਕੀ ਤਾਂ ਕੋਈ ਪਤਾ ਹੀ ਨਹੀਂ ਕਿਤੇ ਵੀ। ਫਿਰ ਉੱਥੋਂ ਅੰਮ੍ਰਿਤਸਰ ਸਾਹਿਬ ਇਹਨਾਂ ਨੇ ਲਗਾਏ। ਫਿਰ ਉੱਥੇ ਅੰਮ੍ਰਿਤਸਰ ਸਾਹਿਬ ਪਰਿਵਾਰ ਮਿਲਿਆ, ਫਿਰ ਗਏ ਉੱਥੇ ਸਾਰਾ ਦੇ ਤਾਂ ਹੁਣ ਵੀ ਸੀ, ਤਾਂ ਹੁਣ ਵੀ ਸਾਰੇ ਥਾਵਾਂ 'ਤੇ ਜਾ ਕੇ ਆਉਂਦੇ। ਜਿੰਨੀ ਵਾਰ ਜਾਈਦਾ ਨਾ ਸਿੰਘਾਂ ਨੂੰ ਦਿਖਾਈਦੇ ਆ, ਉਹ ਵੀ ਥਾਂ ਜਿੱਥੇ ਗੋਲੀ ਉੱਤੇ ਵੱਜੀ ਹਾਲੇ ਹੈਗੀ ਹੈ, ਨਿਸ਼ਾਨ ਹੈ ਬਿਲਕੁਲ। ਹਾਂ, ਉਹ ਹਾਲੇ ਵੀ ਉੱਦੇ ਨਿਸ਼ਾਨ ਹੈਗੇ। ਫਿਰ ਤੁਸੀਂ 5 ਸਾਲਾਂ ਦੇ ਵਿੱਚ ਤੁਹਾਡੇ ਤਾਂ ਇਹ ਵੀ ਖਬਰ ਪਹੁੰਚਦੀ ਹੋਏਗੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ਼ਹੀਦੀ ਜੰਮ ਪੀ ਗਏ ਨੇ। ਉਹ ਉਦੋਂ ਉੱਥੇ ਸ਼ਹੀਦ ਹੁੰਦੇ ਨੇ, ਕਿਉਂਕਿ ਅਸੀਂ ਨਾ ਵੱਖ-ਵੱਖ ਕਿਤਾਬਾਂ ਜਦੋਂ ਫਰੋਲਦੇ ਹਾਂ, ਪੰਨੇ ਫਰੋਲੇ ਜਾਂਦੇ ਨੇ, ਤਾਂ ਵੱਖ-ਵੱਖ ਵਿਚਾਰ ਮਤਭੇਦ ਮਿਲਦੇ ਨੇ। ਕੋਈ ਕਹਿੰਦੇ ਕਿ ਹਾਲੇ ਵੀ ਜਿਉਂਦੇ ਨੇ, ਕੋਈ ਕਹਿੰਦੇ ਕਿ ਉੱਥੇ ਸ਼ਹੀਦ ਹੋ ਗਏ ਸੀ, ਕੋਈ ਕਹਿੰਦਾ ਕਿ ਉਹ ਪਾਕਿਸਤਾਨ ਦਾ ਬਾਰਡਰ ਪਾਰ ਕਰ ਗਏ ਸੀ। ਬੇਟਾ, ਸੰਤ ਉੱਥੇ ਸ਼ਹੀਦ ਹੋ ਗਏ ਸੀ, ਕਿਉਂਕਿ ਪਹਿਲਾਂ ਤਾਂ ਸਾਨੂੰ ਵੀ ਨਹੀਂ ਸੀ ਪਤਾ ਨਾਭੇ ਜੇਲ੍ਹ ਤੱਕ। ਵੇਖੋ, ਜਿਵੇਂ ਹੁਣ ਆਪਾਂ ਇੱਥੇ ਬੈਠੇ ਹਾਂ, ਆਪਾਂ ਇੱਥੋਂ ਦਾ ਦੱਸ ਸਕਦੇ ਹਾਂ। ਹੁਣ ਲੰਗਰ ਵਾਲੇ ਪਾਸੇ ਕੀ ਹੋ ਰਿਹਾ, ਇੱਧਰ ਬੱਚਿਆਂ ਦੇ ਰੂਮ ਵਾਲੇ ਪਾਸੇ ਕੀ ਹੋ ਰਿਹਾ, ਦਰਬਾਰ 'ਚ ਕੀ ਹੋ ਰਿਹਾ, ਆਪਾਂ ਨੂੰ ਕੁਛ ਨਹੀਂ ਪਤਾ। ਇਸ ਤਰ੍ਹਾਂ ਉੱਥੇ ਸਾਨੂੰ ਆਪਣਾ, ਜਿਵੇਂ ਮੈਂ ਤੁਹਾਨੂੰ ਦੱਸਿਆ ਜਿੰਨਾ ਕੁ ਜਿੱਥੇ ਜਿੱਥੇ ਉਹ ਮੈਂ ਦੱਸ ਸਕਿਆ। ਜਦੋਂ ਉੱਥੇ ਇਕੱਠੇ ਹੋਏ ਨਾ ਸਾਰੇ, ਅਸੀਂ 85 'ਚ ਅਸੀਂ ਵਿਸਾਖੀ 'ਚ ਉੱਥੇ ਇਕੱਠੇ ਹੋ ਗਏ। ਸਾਡੇ 20 ਮਾਰਚ ਪਹਿਲੀ ਤਰੀਕ ਪਈ ਸੀ ਸਪੈਸ਼ਲ ਕੋਰਟ 'ਚ। ਸਪੈਸ਼ਲ ਕੋਰਟ ਵੀ ਸਾਡੀ ਪਹਿਲੀ ਤਰੀਕ ਉੱਥੇ 20 ਮਾਰਚ ਪਈ ਸੀ ਸਾਨੂੰ। ਉਦੋਂ ਫਿਰ ਸਾਰੇ ਅਸੀਂ ਇਕੱਠੇ ਹੋਏ ਵਿਸਾਖੀ 'ਤੇ। ਉੱਥੇ ਫਿਰ ਸਾਰਿਆਂ ਨੇ ਆਪੋ ਆਪਣਾ ਦੱਸਿਆ ਵੀ ਕਿਹੜਾ ਕਿੱਥੇ ਸੀ, ਕਿਹੜਾ ਕਿੱਥੇ ਸੀ, ਕਿਵੇਂ ਕਿਵੇਂ ਹੋਇਆ। ਪਤਾ ਤਾਂ ਹੈਗਾ ਸੀ ਕੌਣ ਕੌਣ ਕਿੱਥੇ ਕਿੱਥੇ, ਸਾਨੂੰ ਪਤਾ ਸੀ ਉਹ ਉੱਥੇ ਆ ਉੱਥੇ। ਫਿਰ ਆਪਣਾ ਆਪਣਾ ਸਾਰਾ ਦੱਸੋ ਕਿਵੇਂ ਕਿਵੇਂ। ਫਿਰ ਉੱਥੇ ਹੋ ਗਿਆ ਸੀ ਵੀ ਸੰਤ ਸ਼ਹੀਦ। ਉਦੋਂ ਫਿਰ ਸਾਰਿਆਂ ਨੇ ਲਿਖ ਕੇ ਭੇਜਤਾ ਸੀ ਵੀ ਸੰਤ ਸ਼ਹੀਦ ਹੋ ਗਏ ਨੇ। ਫਿਰ ਉਹਨਾਂ ਦਾ ਅੰਤਿਮ ਸੰਸਕਾਰ ਕਿਹਨਾਂ ਵੱਲੋਂ ਕੀਤਾ ਗਿਆ ਸੀ? ਉਹ ਫਿਰ ਉਹ ਤਾਂ ਅਸੀਂ ਇੱਥੇ ਪੜ੍ਹਦੇ ਹਾਂ, ਸੁਣਦੇ ਹੀ ਹਾਂ, ਜਿਵੇਂ ਤੁਸੀਂ ਸੁਣਦੇ ਇਸ ਤਰ੍ਹਾਂ ਸੁਣਦੇ ਹਾਂ। ਸਾਨੂੰ ਪ੍ਰੋਪਰ ਨਹੀਂ ਸੀ ਪਤਾ ਵੀ ਕਿਹਨੇ ਕੀਤਾ। ਹਾਂ, ਹਾਲ ਤੱਕ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ, ਨਾ ਕਿਤਾਬਾਂ ਦੇ ਵਿੱਚੋਂ, ਨਾ ਕੋਈ ਦੱਸ ਰਿਹਾ ਕਿ ਜੇਕਰ ਜੇ ਸ਼ਹੀਦ ਹੋਏ ਵੀ ਸੀ ਤਾਂ ਉਹਨੂੰ ਲੈ ਕੇ ਕੌਣ ਗਿਆ, ਕਿਉਂਕਿ ਸਰਕਾਰ ਤਾਂ ਚਾਹੁੰਦੀ ਸੀ ਉਹਨਾਂ ਨੂੰ ਬਾਹਰ ਫੜਨਾ, ਤੇ ਜੇ ਫਿਰ ਸਰਕਾਰ ਨੂੰ ਉਹਨਾਂ ਦੀ ਡੈੱਡ ਬੋਡੀ ਤਾਂ ਮਿਲੀ ਹੋਏਗੀ। ਹਾਂ ਹਾਂ, ਨਹੀਂ, ਡੈੱਡ ਬੋਡੀ ਉਹਨਾਂ ਦੀ ਮਿਲੀ ਹੈ। ਇਹ ਪਤਾ ਲੱਗਿਆ ਸ਼ਹੀਦਾਂ ਦੇ ਸਥਾਨ 'ਤੇ ਲਿਜਾ ਕੇ ਨਾ ਉੱਥੇ ਉਹਨਾਂ ਦਾ ਸੰਸਕਾਰ ਕੀਤਾ। ਬੰਦਿਆਂ ਨੇ ਬਾਅਦ ਦੱਸਿਆ, ਜਿਹੜੇ ਮਿਲੇ ਨੇ ਉਹਨੂੰ ਦੱਸਿਆ ਵੀ ਅਸੀਂ ਆਪ ਸੰਸਕਾਰ ਕੀਤਾ। ਉਹਨਾਂ ਨੇ ਹਰ ਤਰ੍ਹਾਂ ਦੀ ਪੂਰੀ ਗੁਰਮਤਿ ਦੀ ਕਿਰਿਆ ਅਨੁਸਾਰ 3 ਲਾਸ਼ਾਂ ਉੱਥੋਂ ਕੱਢ ਕੇ ਲਿਆਏ ਨੇ। ਬਾਕੀ ਪਈਆਂ ਰਹੀਆਂ, ਪੈਂਦੀਆਂ ਹੀ ਨਾ। ਜਦੋਂ ਉਹਨਾਂ ਨੇ ਭਾਈ ਭਗਵਾਨ ਸਿੰਘ ਜਿਹੜੇ ਜਲੰਧਰ ਵਾਲੇ ਨੇ, ਜਿਹਨੂੰ ਦੱਸਿਆ, ਉਹ ਸਾਹਮਣੇ ਸੀ, ਉਹਨੇ ਦੇਖਿਆ ਵੀ 3 ਲਾਸ਼ਾਂ ਜਨਰਲ ਸਵੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਸੰਤ ਬਾਬਾ ਜਰਨੈਲ ਸਿੰਘ, ਇਹਨਾਂ ਦੀਆਂ 3 ਡੈੱਡ ਬੋਡੀਆਂ ਲਿਆ ਕੇ ਨਾ, ਜਿੱਥੇ ਘੰਟਾ ਘਰ ਹੈ, ਆਪਾਂ 2 ਪੌੜੀਆਂ ਉਤਰਦੇ ਨਾ ਥੱਲੇ ਨੂੰ, ਉਹਦੇ ਵਿਚਕਾਰ ਇੱਕ ਚੌੜੀਆਂ ਪੌੜੀਆਂ, ਉੱਥੇ ਜਿਹੜੀ ਜਗ੍ਹਾ ਬਣੀ ਹੈ ਉੱਥੇ ਲਿਆ ਕੇ ਰੱਖੀਆਂ ਸੀ। ਉੱਥੋਂ ਫਿਰ ਲਿਜਾ ਕੇ ਇਹਨਾਂ ਨੇ ਫਿਰ ਉੱਥੇ ਸੰਸਕਾਰ ਕੀਤਾ। ਫਿਰ ਜਦੋਂ ਉਹ ਸ਼ਹੀਦ ਹੁੰਦੇ ਨੇ, ਬਹੁਤ ਸਾਰੇ ਸ਼ਰਧਾਲੂ ਜਾਨ ਗਵਾ ਬਹਿੰਦੇ ਨੇ, ਫਿਰ ਉਸ ਤੋਂ ਬਾਅਦ ਇਹ ਫੌਜੀ ਕਾਰਵਾਈ ਬੰਦ ਹੋ ਜਾਂਦੀ ਹੈ। ਹਾਂ, ਫਿਰ ਬੰਦ ਹੋ ਜਾਂਦੀ। ਫਿਰ ਇੱਦਾਂ ਵੈਸੇ ਤਾਂ ਇਹ 10 ਤਰੀਕ ਤੱਕ ਚੱਲੀ ਹੈ। ਜਦੋਂ ਜੈਲ ਸਿੰਘ ਆਇਆ ਨਾ, ਉਦਣ ਵੀ ਗੋਲੀ ਚੱਲੀ ਹੈ ਉੱਤੇ, ਬਚ ਗਿਆ, ਥੋੜ੍ਹਾ ਜਿਹਾ ਰਹਿ ਗਿਆ ਸੀ ਕੰਮ। ਉਦਣ ਵੀ ਚੱਲੀ ਹੈ ਉੱਤੇ ਗੋਲੀ ਪਰਕਰਮ ਵਾਲੇ ਪਾਸਿਓਂ।
ਕੋਈ ਮੰਗ ਹੈ ਸਰਕਾਰ ਤੋਂ ਕਿ ਜਿਵੇਂ ਹੁਣ ਤੁਸੀਂ ਅਸੀਂ ਤੁਹਾਡੇ ਤੋਂ ਇਤਿਹਾਸ ਸੁਣ ਲੈਂਦੇ ਹਾਂ ਜਾਂ ਉੱਥੇ ਜੋ ਵੀ ਚਸ਼ਮਦੀਦ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ, ਅਸੀਂ ਸੁਣ ਆਉਂਦੇ ਹਾਂ, ਕਿੰਨਾ ਕੁ ਚਿਰ ਇਹ ਮੀਡੀਆ 'ਤੇ ਸਾਂਭੇ ਰਹਿਣਗੇ ਜਾਂ ਤੁਸੀਂ ਸਾਨੂੰ ਅਸੀਂ ਸਾਂਭੇ ਰਵਾਂਗੇ, ਜਾਂ ਜਿੰਨੇ ਚਿਰ ਤੁਹਾਡੇ ਸਵਾਸ ਨੇ ਤੁਸੀਂ ਸਾਨੂੰ ਦੱਸਦੇ ਰਹੋਗੇ, ਤੇ ਇਸ ਸਵਾਸਾਂ ਦੀ ਜਦੋਂ ਪੂੰਜੀ ਖਤਮ ਹੋਵੇਗੀ ਅਸੀਂ ਕਿਹਨਾਂ ਦੇ ਮੂੰਹੋਂ ਸੁਣਿਆ ਕਰਾਂਗੇ? ਤੁਹਾਨੂੰ ਲੱਗਦਾ ਕਿ ਬੱਚਿਆਂ ਨੂੰ ਇਤਿਹਾਸ ਪੜ੍ਹਾਉਣਾ ਚਾਹੀਦਾ ਹੈ ਜਾਂ ਕਿਤਾਬਾਂ ਛਪਣੀਆਂ ਚਾਹੀਦੀਆਂ, ਤੁਹਾਡਾ ਵੱਡਾ ਨਾਮ ਕਿਤਾਬਾਂ ਵਿੱਚ ਵੀ ਆਉਣਾ ਚਾਹੀਦਾ ਕਿ ਤੁਸੀਂ ਉੱਥੋਂ ਦੇ ਚਸ਼ਮਦੀਦ ਸੀ, ਆਹ ਕੁਛ ਉੱਥੇ ਦੇਖਿਆ, ਕੁਛ ਹੋਇਆ, ਇੰਨਾ ਅੰਕੜਾ ਸੀ, ਸ਼ਹੀਦ ਹੋਏ ਸੀ, ਉਹ ਚੀਜ਼ਾਂ ਹੋਣੀਆਂ ਚਾਹੀਦੀਆਂ। ਇਹਦੇ ਵਿੱਚ ਵੈਸੇ ਸਾਡੀ ਹੀ ਸੰਸਥਾ ਬਣਾਈ ਹੋਈ ਜੋਧਪੁਰ ਮੁੜ ਸੇਵਾ ਕਮੇਟੀ, ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਵੀ ਇਹਨੂੰ ਸਾਰੇ ਨੂੰ ਵੀ ਇਹ ਆਪਣੇ ਆਪਣੇ ਏਰੀਏ ਦਾ ਸਾਰਾ ਕਰਕੇ ਤੇ ਇਹਨੂੰ ਪ੍ਰਕਾਸ਼ਿਤ ਕੀਤਾ ਜਾਵੇ। ਕਰ ਰਹੇ ਇਹਦਾ ਵੀ ਉਪਰਾਲਾ। ਤੇ ਪਰ ਇਹ ਆ ਵੀ ਬਾਕੀ ਸਰਕਾਰਾਂ ਤਾਂ ਜਦੋਂ ਇਹਨਾਂ ਨੇ ਤਾਂ ਸਾਨੂੰ, ਅਸੀਂ ਤਾਂ ਇਹਨਾਂ ਦੇ ਬਾਗੀ ਹਾਂ, ਸਾਨੂੰ ਥੋੜ੍ਹਾ ਇਹਨਾਂ ਨੇ ਸਾਨੂੰ ਮੰਨਣਗੇ, ਸਾਡਾ ਦੱਸਣਗੇ ਜਾਂ ਲਿਖਣਗੇ। ਇਹ ਤਾਂ ਜਦੋਂ ਸਮਾਂ ਆਏਗਾ ਕਿਤੇ, ਤੇ ਕਦੇ ਤਾਂ ਜਿਵੇਂ ਆ ਸ਼ਹੀਦ ਭਗਤ ਸਿੰਘ ਤੇ ਜਾਂ ਹੋਰ ਜਿੰਨੇ ਵੀ ਹੋਏ ਨੇ, ਕਦੇ ਇਹਨਾਂ ਨੂੰ ਵੀ ਸਾਡੀ ਕੈਟਾਗਰੀ ਵਿੱਚ ਸੀ ਇਹ ਵੀ, ਤੇ ਪਰ ਸਮਾਂ ਪੈਣ ਤੇ ਬਾਅਦ 'ਚ ਹੁਣ ਹੀਰੋ ਨੇ। ਤੇ ਆਪਣੇ ਬੱਚਿਆਂ ਨੂੰ ਜਦੋਂ ਇਤਿਹਾਸ ਸੁਣਾਉਂਦੇ ਹੁੰਦੇ ਹੋ ਤੁਸੀਂ ਤਾਂ ਉਦੋਂ ਕੀ ਮਾਣ ਮਹਿਸੂਸ ਕਰਦੇ ਨੇ? ਬਹੁਤ ਜ਼ਿਆਦਾ ਗੌਰਵ ਮਹਿਸੂਸ ਕਰਦੇ ਨੇ ਵੀ ਧਰਮ ਦੀ ਖਾਤਰ, ਹੈ ਨਾ, ਵੀ ਇਹ ਤਾਂ ਆਪਾਂ ਕੋਈ ਹੈ ਨਹੀਂ ਵੀ ਕੋਈ ਸਾਡੀ ਕੋਈ ਜੱਦੀ ਲੜਾਈ ਸੀ। ਸਾਡੇ ਮਾਤਾ ਜੀ ਵੀ ਉਹ ਬੜੇ ਬਹਾਦਰ ਸਨ, ਬੜੀ ਚੜ੍ਹਦੀ ਕਲਾ ਵਿੱਚ ਸਨ। ਉਹਨਾਂ ਦੀ ਸਾਨੂੰ ਗੁੜਤੋਈ ਵੀ ਸਾਨੂੰ ਬੜੀ ਤਕੜੀ ਸੀ ਉਹਨਾਂ ਵੱਲੋਂ। ਅਤੇ ਉਹਨਾਂ ਨੂੰ ਜਦੋਂ ਸਾਨੂੰ ਉੱਥੇ ਜੇਲ੍ਹ 'ਚ ਫੜ ਲਿਆ, ਆਮ ਅਖਬਾਰਾਂ 'ਚ ਆਉਂਦੇ ਸੀ ਜਦੋਂ ਪਤਾ ਲੱਗ ਗਿਆ ਉਹਨਾਂ ਵੀ ਜੇਲ੍ਹ 'ਚ ਨਜ਼ਰਬੰਦ ਕਰਤੇ ਜੇ, ਉਹਨਾਂ ਨੂੰ ਜਿਵੇਂ ਪਿੰਡਾਂ 'ਚ ਹੁੰਦੀਆਂ ਬੁੜੀਆਂ ਆਪਸ ਵਿੱਚ, ਨਹੀਂ ਭੈਣ ਤੇਰੇ ਆਹ ਹੋ ਗਿਆ, ਤੂੰ ਕਹਿੰਦੀ ਮੇਰਾ ਸੰਤਾਂ ਦੇ ਨਾਲ ਮੁੰਡਾ ਆ, ਵੀ ਉਹ ਚੰਗੇ ਪਾਸੇ ਲੱਗਾ, ਵੇਖ ਲੈ ਚੰਗੇ ਪਾਸੇ ਲੱਗਾ, ਇਹਦਾ ਕੀ ਹਾਲ ਹੋ ਗਿਆ। ਉਹ ਕਹਿਣ ਲੱਗੀ ਵੀ ਚੰਗੇ ਪਾਸੇ ਹੀ ਆ, ਧਰਮ ਵਾਲੇ ਪਾਸੇ ਹੀ ਆ, ਕੋਈ ਚੋਰੀ ਚਕਾਰੀ ਕੋਈ ਹੋਰ ਗਲਤ ਤਾਂ ਨਹੀਂ ਨਾ ਗਿਆ ਕਿਸੇ ਪਾਸੇ। ਅਤੇ ਉਹ ਸਾਰਾ ਦੱਸੀ ਦਾ ਬੱਚਿਆਂ ਨੂੰ। ਹੁਣ ਵੀ ਸਾਡੇ ਮਾਤਾ ਦੀ ਡੈਥ ਵੀ ਮੈਨੂੰ ਨਾ ਇੱਥੇ ਬਾਅਦ 'ਚ ਫਿਰ ਚੁੱਕੇ, ਕਈ ਵਾਰ ਬਾਅਦ 'ਚ ਟਾਰਚਰ ਤੇ ਬੜੀ ਵਾਰ ਹੋਏ ਆ। ਜਿਵੇਂ ਜਿੰਨੇ ਸੈਂਟਰ ਮੰਨੇ ਨੇ ਨਾ, ਜਿਹੜਾ ਮਸ਼ਹੂਰ ਉੱਥੇ ਸੀਗਾ ਮਾਲ ਮੰਡੀ ਸੀ ਅੰਮ੍ਰਿਤਸਰ, ਉੱਥੇ ਵੀ ਇੱਕ ਬੀਕੋ ਸੈਂਟਰ ਬਟਾਲੇ ਸੀ, ਬੜਾ ਜ਼ਬਰਦਸਤ ਗੋਬਿੰਦ ਰਾਮ ਨੇ ਬਣਾਇਆ ਹੋਇਆ, ਉਹ ਵੀ ਕੱਟਿਆ ਮੇਰਾ। ਅਤੇ ਇੱਥੇ ਮਾਈ ਦੀ ਸਰਾਂ ਪਟਿਆਲੇ 'ਚ ਬੜਾ ਮਸ਼ਹੂਰ ਸੀ ਬੁੱਚੜਖਾਨਾ, ਉੱਥੇ ਵੀ ਬਹੁਤ ਤਸ਼ੱਦਦ ਸਿਆ ਹੋਇਆ। ਜਦੋਂ ਇਸੇ ਮਾਮਲੇ ਚੱਕਿਆ ਗਿਆ ਫਿਰ ਤੁਹਾਨੂੰ ਬਾਅਦ 'ਚ ਵੀ ਤੁਹਾਡੇ ਕੋਲ ਸਿੰਘ ਆਉਂਦੇ ਨੇ। ਅੱਛਾ ਜੀ। ਅਸੀਂ ਕੀਰਤਨ ਕਰਨ ਲੱਗੇ ਗੁਰਦੁਆਰਾ ਦੂਖਨਿਵਾਰਨ ਸਾਹਿਬ, ਸਰਦਾਰ ਗੁਰਚਰਨ ਸਿੰਘ ਟੋੜਾ ਨੇ ਸਾਨੂੰ ਨਾ, ਉਹ ਵੀ ਸਾਡੇ ਨਾਲ ਰਹੇ ਸੀ 3.5 ਸਾਲ ਉੱਧਰ ਜੋਧਪੁਰ, ਅਤੇ ਉਹਨਾਂ ਨੇ ਸਾਨੂੰ ਇੱਥੇ ਲਿਆਂਦਾ ਸੀ ਦੂਖਨਿਵਾਰਨ ਸਾਹਿਬ। ਅਤੇ ਫਿਰ ਇੱਥੋਂ ਜਦੋਂ ਪਤਾ ਲੱਗਦਾ ਸੀ ਵੀ ਕੋਈ ਕਿਤੇ ਵਾਰਦਾਤ ਹੁੰਦੀ ਸੀ, ਸਾਨੂੰ ਚੁੱਕ ਲੈਣਾ ਇੱਥੋਂ। ਹਾਂ, ਬਹੁਤ ਤਸ਼ੱਦਦ। ਇੱਕ ਵਾਰ ਮੈਨੂੰ ਜਦੋਂ ਮਾਤਾ ਸਾਡੀ ਡੈਥ ਹੋਈ ਆ, ਮੈਨੂੰ ਟੰਗ ਕੇ ਪੁੱਠਾ ਕੁੱਟ ਰਹੇ ਸਨ ਬਹੁਤ ਜ਼ਿਆਦਾ। ਅਤੇ ਮਾਤਾ ਸਾਡੀ ਕਹਿੰਦੀ ਬੇਟਾ ਨਾ, ਉਹ ਪਰਿਵਾਰ ਜੀਆਂ ਨੂੰ ਕਹਿੰਦੀ ਵੀ ਮੇਰੇ ਦਿਲ ਨੂੰ ਕੁਝ ਹੋ ਰਿਹਾ, ਖਿੱਚ ਜੀ ਪੈਂਦੀ ਮੇਰੇ ਅੰਦਰ, ਅਤੇ ਘਬਰਾਉਂਦਾ ਦਿਲ ਮੇਰਾ। ਉਹ ਜਾ ਕੇ ਨਲਕੇ 'ਤੇ ਪਾਣੀ ਪੀਤਾ, ਪਾਣੀ ਪੀ ਕੇ ਥੋੜ੍ਹਾ ਜਿਹਾ ਅੱਗੇ ਤੁਰ ਕੇ ਗਈ ਆ, ਚੱਕਰ ਜਾ ਕੇ ਬਹਿ ਗਈ, ਉੱਥੇ ਪੂਰੀ ਹੋ ਗਈ। ਉਧਰ ਮੈਨੂੰ ਪੁੱਠਾ ਟੰਗ ਕੇ ਸੇਮ ਟਾਈਮ ਬਾਅਦ 'ਚ ਮੈਂ ਵੇਖਿਆ। ਚਲੋ ਉਦੋਂ ਟੈਲੀਫੋਨ 'ਤੇ ਹੈ ਨਹੀਂ, ਬ੍ਰਦਰ ਆਇਆ, ਉਹ ਵੀ ਇੱਦਾਂ ਮਾਤਾ ਪੂਰੀ ਹੋ ਗਈ। ਇੱਥੇ ਆ ਕੇ ਪਤਾ ਲੱਗਾ ਵੀ ਉਹ ਤਾਂ ਕੱਲ੍ਹ ਦੇ ਚੁੱਕ ਕੇ ਲੈ ਗਏ ਨੇ। ਫਿਰ ਉਹਨਾਂ ਨੇ ਵਿਚਾਰਿਆਂ ਨੇ ਸੰਸਕਾਰ ਕੀਤਾ, ਆਪੇ ਹੀ ਜਾ ਕੇ ਦੱਸਿਆ ਵੀ ਉਹ ਤਾਂ ਦਿੱਲੀ ਕਿਤੇ ਵੱਡੇ ਪ੍ਰੋਗਰਾਮ 'ਤੇ ਗਏ ਨੇ, ਹਲੇ ਲੇਟ ਆਉਣਗੇ। ਅਤੇ ਉਹ ਫਿਰ ਇੱਥੋਂ ਇੱਕ ਸਰਦਾਰਾ ਸਿੰਘ ਕੋਹਲੀ ਜੀ ਸਨ, ਉਹ ਇੱਕ ਸਰਦਾਰ ਊਧਮ ਸਿੰਘ ਮੈਨੇਜਰ ਸੀ ਬੈਂਕ ਵਾਲੇ। ਫਿਰ ਇਹ 2-3 ਦਿਨ ਬਾਅਦ ਮੈਨੂੰ ਉੱਥੋਂ ਛੁਡਾ ਕੇ ਲੈ, ਤੁਰਿਆ ਨਹੀਂ ਜਾਂਦਾ ਮੇਰੇ ਕੋਲੋਂ, ਛੁਡਾ ਕੇ ਲਿਆਂਦਾ ਵੀ ਇਹਦੀ ਮਾਤਾ ਦਾ ਡੈਥ ਹੋ ਗਈ ਹੈ, ਵੀ ਉਹਨਾਂ ਵਾਸਤੇ ਉਹਨਾਂ ਨੂੰ ਤਾਂ ਕਹਿ ਕੇ ਸੰਸਕਾਰ ਕਰਨਾ, ਪਰ ਸੰਸਕਾਰ ਹੋ ਚੁੱਕਾ ਸੀ। ਫਿਰ ਉਹ ਕਹਿੰਦੇ ਵੀ ਇਹਨੂੰ ਛੱਡ ਜਿਓ। ਫਿਰ ਮੈਂ ਬਾਅਦ 'ਚ ਉੱਥੇ ਭੋਗ ਤੱਕ ਕਹਿੰਦੇ ਲੈ ਜਿਓ, ਫਿਰ ਬਾਅਦ 'ਚ ਨਹੀਂ, ਉਹਨਾਂ ਨੇ ਬੁਲਾਇਆ ਨਹੀਂ ਮੁੜ ਕੇ। ਮੈਂ ਤੁਰ ਨਹੀਂ ਸਕਦਾ, 3 ਮਹੀਨੇ ਤਾਂ ਮੈਂ ਬੈੱਡ 'ਤੇ ਹੀ ਰਿਹਾ ਸਾਂ, ਅਤੇ ਆਉਣਾ ਕਿੱਥੇ ਸੀ ਇਹਨਾਂ ਕੋਲ। ਇੰਨਾ ਦੁੱਖ ਸਿਆ ਤੁਸੀਂ, ਇੰਨਾ ਕੁਛ ਦੇਖਿਆ ਤੁਸੀਂ, ਔਰ ਅੱਜ ਪਰਮਾਤਮਾ ਨੇ ਬਹੁਤ ਸੋਹਣੀ ਜ਼ਿੰਦਗੀ ਫਿਰ ਤੋਂ ਵਾਪਸ ਦਿੱਤੀ, ਸਭ ਕੁਛ ਕਰ ਰਹੇ ਹੋ। ਔਰ ਤੁਹਾਡੀ ਗੁਰਮਤਿ ਅਕੈਡਮੀ ਵੀ ਚੱਲ ਰਹੀ ਹੈ, ਬਹੁਤ ਸਾਰੇ ਬੱਚੇ ਤੁਹਾਡੇ ਤੋਂ ਵਿੱਦਿਆ ਵੀ ਲੈ ਰਹੇ ਨੇ। ਸੋ ਉਹਨਾਂ ਬੱਚਿਆਂ ਨੂੰ ਵੀ ਤੁਸੀਂ ਇਸੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋ। ਬੱਚਿਆਂ ਨੂੰ ਗੁਰਮਤਿ ਦਾ ਜੋ ਸਾਰਾ ਕੁਝ ਹੈ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਸੰਥਿਆ, ਗੱਤਕਾ,
ਤੇ ਪਲੱਸ ਉਹਨਾਂ ਨੂੰ ਜੋ ਗੁਰਮਤਿ ਦਾ ਹੈਗਾ ਸਾਰਾ ਕੁਝ ਬੱਚਿਆਂ ਨੂੰ ਸਿਖਾਉਂਦੇ ਆ। ਸੋ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ, ਇਸ ਵੱਡੇ ਇਤਿਹਾਸ ਤੋਂ ਜਾਣੂ ਕਰਵਾਇਆ। ਸੋ ਸਾਡੇ ਮਨਾਂ ਦੇ ਵਿੱਚ ਬੜੇ ਵੱਡੇ ਸਵਾਲ ਸੀ, ਤੁਸੀਂ ਸਾਰਿਆਂ ਦਾ ਜਵਾਬ ਦਿੱਤਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਭਾਈ ਖਾਲਸਾ ਭਾਈ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦਿਨ ਸਾਡੇ ਨਾਲ ਭਾਈ ਮਨਮੋਹਨ ਸਿੰਘ ਜੀ ਜੋ ਪਟਿਆਲਾ ਦੇ ਵਿਖੇ ਮੌਜੂਦ ਨੇ। ਸੋ ਅੱਜ ਉਹ ਇਤਿਹਾਸ ਦੇ ਅਸੀਂ ਚਾਹੇ ਕਿੰਨੀਆਂ ਕਿਤਾਬਾਂ ਫਰੋਲੀਏ ਪਰ ਉਹ ਚੀਜ਼ਾਂ ਨਹੀਂ ਮਿਲਦੀਆਂ ਜੋ ਅੱਜ ਇਹਨਾਂ ਦੀ ਜ਼ੁਬਾਨੀ ਸੁਣੀਆਂ ਨੇ। ਮਨ ਵੀ ਬੜਾ ਭਾਵੁਕ ਹੋ ਜਾਂਦਾ ਹੈ ਕਿ ਕੀ ਕੁਛ ਦੇ ਕੇ ਆਏ ਨੇ ਤੇ ਵੱਡੇ ਹੌਸਲੇ ਵਾਲੇ ਨੇ, ਬਹਾਦਰ ਨੇ, ਦਲੇਰ ਨੇ ਤੇ ਅੱਜ ਵੀ ਆਪਣੇ ਸੀਨੇ ਦੇ ਵਿੱਚ ਉਹ 37 ਸਾਲ ਦੇ ਦਰਦ ਨੂੰ ਸਮੋਈ ਵੀ ਬੈਠੇ ਨੇ। ਸੋ ਇਸੇ ਤਰ੍ਹਾਂ ਹੋਰ ਫਰੋਲਾਂਗੇ ਪੰਨੇ, ਹਾਲੇ ਹੋਰ ਵੀ ਦਿਲ ਫਰੋਲਣੇ ਬਾਕੀ ਨੇ। ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੇ ਨਾਲ। ਕੈਮਰਾਮੈਨ ਪ੍ਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।